ਵਾਹਿਗੁਰੂ ਸਾਹਿਬ ਜੀ। ਕਲ ਸਮੁੰਦਰ ਭੈ ਰੂਪ, ਪ੍ਰਗਟ ਹਰ ਨਾਮ ਉਧਾਰਨ। ਬਸਹਿ ਸੰਤ ਜਿਸ ਹਿਰਦੈ, ਦੁਖ ਦਾਰਿਦ੍ਰ ਨਿਵਾਰਨ। निर्मल पेख अपार, तास बिन अवर न कोई। मन बच जिन जानियो, भयो तह समसर सोई। तरन गगन नभ खंड मह, जोत सब रूपी रह्यो पर। पन मथुरा कश भेद नहीं, गुर अर्जन परतख हर। पन मथुरा कश भेद नहीं, गुर अर्जन परतख हर। राधान रास, पानान पहान, देवान देव, उपमा महान। चवर छतर तखत दे मालक, गद्दी ते विराजमान। शब्दा अवतार शब्द गुरु। जागत जोत साहिब श्री गुरु ग्रंथ साहिब महाराज जी दे पावन हजूरी अंदर गुरु धन गुरु प्यारिओ, गुरु सवारिओ, जिथे साहिबां दी महरामत होई है, साडे सब ते सानू सब नू तन करके गुरु की शरण विच आउण दा अवसर प्राप्त होया। ਇਹ ਵੀ ਗੁਰੂ ਦੀ ਰਹਿਮਤ ਕਰਕੇ ਅਸੀਂ ਤਨ ਕਰਕੇ ਆਏ ਹਾਂ। ਆਓ ਗੁਰੂ ਅੱਗੇ ਤਰਲਾ ਲਈਏ, ਜੋਦੜੀ ਕਰੀਏ ਪਾਤਸ਼ਾਹ, ਜੇ ਤਨ ਕਰਕੇ ਆਏ ਹਾਂ ਤੇ ਮਨ ਦਾ ਵੀ ਟਿਕਾ ਬਣ ਜਾਏ। ਇਹ ਜੋ ਕੁਝ ਵੀ ਹੋ ਰਿਹਾ ਹੈ, ਇਹ ਮਨ ਦੇ ਟਿਕਾ ਲਈ ਹੈ, ਕਿਉਂਕਿ ਮਨ ਹੀ ਨਹੀਂ ਟਿਕਦਾ। ਆਓ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਬਣਾਈਏ ਰਸਨਾ ਨੂੰ ਸਫਲਾ। कोई रसना भी वांझी ना रह जावे। सतनाम श्री वाहेगुरु, सतनाम श्री वाहेगुरु साहेब जी। जो मैं सवैया आप जी नाल मंगला चरण विच साझा कीता है, ये भट्ट मथुरा जी दे मुख तो उचारण होया। भट्ट मथुरा धन गुरु अर्जुन साहब महाराज नूं किहड़े नेत्रां नाल वेख रहे? वेख्या ते बड़ियां लोकां ने गुरु अर्जन साहब महाराज, पर वेखण विच फर्क है। ये अखां किहड़ियां अखां ने जिहड़ियां अखां नाल भट्ट मथुरा जी तुसीं वेख रहे हो? ये जिहड़ियां अखां नाल असीं संसार वेख रहे हैं, इस नाल निरंकार नहीं वेख्या जा सकदा। संसार ये इन्हां अखां नाल वेख्या जा सकदा है, निरंकार सुरत रूपी नेत्रां नाल वेख्या जा सकदा। ਹੁਣ ਭੱਟ ਮਥੁਰਾ ਜੀ ਨੇ ਸੁਰਤ ਰੂਪੀ ਨੇਤਰ ਖੋਲ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇੰਨਾ ਨੇੜਿਓਂ ਹੋ ਕੇ ਤੱਕਿਆ ਤੇ ਮੈਂ ਕਈ ਦਿਨ ਦੀ ਇਹ ਵਿਚਾਰ ਕਰ ਰਿਹਾ, ਪੜਭੁੰਜਾ ਵੀ ਤੱਕ ਰਿਹਾ, ਗੁਰੂ ਨੂੰ ਵੇਖ ਰਿਹਾ। ਪਰ ਉਹ ਕਿਵੇਂ ਤੱਕ ਰਿਹਾ ਹੈ? ਗੁਰੂ ਦੇ ਸ਼ੀਸ਼ ਵਿੱਚ ਤੱਤਾ ਤੱਤਾ ਰੇਤਾ ਪਾਈ ਜਾ ਰਿਹਾ। ਵੇਖਦਾ ਉਹ ਵੀ ਹੈ, ਪਰ ਵੇਖਦਾ ਭੱਟ ਮਥੁਰਾ ਵੀ ਹੈ। पर ਉਹਦੇ ਵੇਖਣ ਵਿੱਚ ਤੇ ਭੱਟ ਮਥੁਰਾ ਦੇ ਵੇਖਣ ਵਿੱਚ ਵੇਖੋ ਕਿੰਨਾ ਕੋ ਫਰਕ ਹੈ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਖਦੇ ਹੀ ਹਾਂ। ਬਸ
ਪਰ ਇੱਕ ਉਹ ਨੇ ਜਿਹੜਾ ਇੰਨਾ ਨੇੜਿਓਂ ਹੋ ਕੇ ਵੇਖਦੇ ਨੇ, ਜਦੋਂ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਫਿਰ ਆਪਣੇ ਹਿਰਦੇ ਵਿੱਚ ਨਿਗਲ ਜਾਂਦੇ ਨੇ, ਫਿਰ ਉਹਨਾਂ ਦੇ ਅੰਦਰ ਚਾਨਣਾ ਆ ਜਾਂਦਾ ਹੈ, ਮਨ ਦਾ ਹਨੇਰਾ ਅੰਧਕਾਰ ਮਿਟ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਤਾ ਕਿਹੜੇ ਕਿਸ ਤਰ੍ਹਾਂ ਵੇਖਦੇ ਹਾਂ? ਓਨਲੀ ਰੁਮਾਲਿਆਂ ਵਿੱਚ ਜਾਂ ਪਾਲਕੀ ਵਿੱਚ, ਸੋਨੇ ਦੀ ਪਾਲਕੀ ਬਣਾ ਦਿੱਤੀ, ਸੋਨੇ ਦੀ ਪਾਲਕੀ ਵਿੱਚ ਗੁਰੂ ਸਾਹਿਬ ਜੀ ਨੂੰ ਟਿਕਾ ਦਿੱਤਾ, ਆਏ ਪਰਿਕਰਮਾ ਕੀਤੀਆਂ ਤੇ ਮੱਥਾ ਟੇਕਿਆ ਤੇ ਚਲੇ ਗਏ। ਮੈਂ ਇਹ ਗੱਲ ਕਈ ਵਾਰੀ ਕਹਿਣਾ, ਬਹੁਤ ਸਾਰੇ ਬਿਸਤਰਿਆਂ ਦਾ ਇੱਕ ਹੌਸਪੀਟਲ ਬਣਿਆ ਹੋਵੇ, ਉੱਥੇ ਬੜੇ ਬੜੇ ਸਿਆਣੇ ਸਕਾਲਰ ਡਾਕਟਰ ਹੋਣ, ਮੇਰੇ ਵਰਗਾ ਮਰੀਜ਼ ਜਾਵੇ, ਇੱਕ ਗੇਟ ਤੋਂ ਵੜੇ ਤੇ ਦੂਸਰੇ ਤੋਂ ਬਾਹਰ ਨਿਕਲ ਆਵੇ। ਉੱਥੇ ਬੜੇ ਬੜੇ ਸਕਾਲਰ ਡਾਕਟਰ ਬੈਠੇ ਨੇ, ਪ੍ਰੋਫੈਸਰ ਬੈਠੇ ਨੇ, ਬਿਮਾਰ ਜਾਵੇ, ਇੱਕ ਗੇਟ ਤੋਂ ਵੜੇ ਤੇ ਦੂਸਰੇ ਤੋਂ ਬਾਹਰ ਆ ਜਾਵੇ, ਤੇ ਉੱਥੇ ਨਾ ਡਾਕਟਰ ਨੂੰ ਮਿਲੇ, ਨਾ ਦਵਾਈ ਲਵੇ, ਨਾ ਆਪਣੇ ਆਪ ਦੀ ਹਾਲਤ ਨੂੰ ਦੱਸੇ, ਤੇ ਘਰ ਆ ਕੇ ਕਵੇ ਮੈਂ ਠੀਕ ਹੋ ਜਾਵਾਂਗਾ। ਕਦੀ ਹੋ ਸਕਦਾ ਹੈ? ਮੁਸ਼ਕਲ ਹੈ। ਹਾਂ, ਡਾਕਟਰ ਨੂੰ ਮਿਲੇ, ਦਵਾਈ ਲਵੇ, ਤੇ ਜੋ ਉਹ ਦਵਾਈ ਦਿੰਦਾ ਹੈ ਫਿਰ ਉਹਨੂੰ ਖਾ ਲਵੇ। ਇਹ ਨਾ ਵੇ ਸਰਾਣੇ ਰੱਖ ਦਵੇ, ਸਰਾਣੇ ਰੱਖਿਆ ਵੀ ਨਹੀਂ ਫਾਇਦਾ ਹੋਣਾ। ਕਈ ਵਾਰੀ ਅਸੀਂ ਗੁਟਕਾ ਸਾਹਿਬ ਸਰਾਣੇ ਰੱਖ ਕੇ ਸੌਂਦੇ ਹਾਂ। ਦਵਾਈ ਨੂੰ ਖਾ ਲਵੇ, ਤੇ ਖਾ ਕੇ ਫਿਰ ਖਾਣ ਤੋਂ ਨਾਲ ਨਾਲ ਜੋ ਵੈਦ ਨੇ, ਹਕੀਮ ਨੇ ਨਿਯਮ ਦੱਸਿਆ ਉਸੇ ਅਨੁਸਾਰ ਖਾਵੇ, ਤੇ ਨਾਲ ਜਿਹੜਾ ਪਰਹੇਜ ਦੱਸਿਆ ਪਰਹੇਜ ਜ਼ਰੂਰ ਕਰੇ। ਕਰਨਾ ਪਰਹੇਜ ਨਹੀਂ ਠੀਕ ਹੁੰਦਾ ਹੈ, ਦਵਾਈ ਦਾ ਨਾਮ ਹੋ ਜਾਂਦਾ ਹੈ। ਜਿਹੜਾ ਪਰਹੇਜ ਹੈ ਨਾ, ਉਹ ਠੀਕ ਕਰ ਦਿੰਦਾ ਹੈ ਬੰਦੇ ਨੂੰ। ਜਦੋਂ ਅਸੀਂ ਹਸਪੀਟਲ ਵਿੱਚ ਦਾਖਲ ਹੁੰਦੇ ਹਾਂ ਤੇ ਉੱਥੇ ਸਾਨੂੰ ਪਤਾ ਕਿਹੋ ਜਿਹਾ ਖਾਣਾ ਮਿਲਦਾ ਹੈ? ਉਬਲਿਆ ਜਿਹਾ ਖਾਣਾ ਮਿਲਦਾ ਹੈ, ਜਿਹੜਾ ਸਾਨੂੰ ਸਵਾਦ ਨਹੀਂ ਲੱਗਦਾ, ਬੇਸਵਾਦਾ ਜਿਹਾ ਖਾਣਾ ਮਿਲਦਾ ਹੈ। ਤੇ ਮੈਂ ਕਈ ਵਾਰੀ ਕਹਿੰਦਾ, ਜੇ ਬੰਦਿਆ ਤੂੰ ਇਵੇਂ ਜਿਹਾ ਖਾਣਾ ਖਾਏ ਜਿਵੇਂ ਜਾਂ ਤੈਨੂੰ ਹਸਪੀਟਲ ਮਿਲਦਾ ਹੈ ਨਾ, ਤੈਨੂੰ ਹਸਪੀਟਲ ਜਾਣਾ ਹੀ ਨਹੀਂ ਪਏਗਾ, ਤੂੰ ਬਿਮਾਰ ਹੋਏਗਾ ਹੀ ਨਹੀਂ, ਤੂੰ ਬਿਮਾਰ ਹੀ ਨਹੀਂ ਹੋਏਗਾ। ਤੈਨੂੰ ਤੇ ਜਿਬ ਦੇ ਚਸਕੇ ਉਲਟ ਪੁਲਟ ਜਿਹੜਾ ਖਾਣਾ ਹੈ, ਇਸ ਕਰਕੇ ਤੂੰ ਬਿਮਾਰ ਹੋਣਾ ਹੈ, ਤੈਨੂੰ ਉੱਥੇ ਜਾਣਾ ਪੈਂਦਾ ਹੈ। ਤੇ ਜੇ ਤੂੰ ਪਹਿਲਾਂ ਹੀ ਪਰਹੇਜ ਰੱਖੇ, ਤੇਰੇ ਅੰਦਰ ਹਮੇਸ਼ਾ ਪਰਹੇਜ ਬਣਿਆ ਰਵੇ, ਤੇ ਤੈਨੂੰ ਹਸਪੀਟਲ ਦਾਖਲ ਨਹੀਂ ਹੋਣ ਦੀ ਲੋੜ ਹੈਗੀ। ਮੈਂ ਇੱਕ ਗੱਲ ਹੋਰ ਕਹਿ ਦੇਵਾਂ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਸਾਨੂੰ ਪਰਹੇਜ ਦੱਸਿਆ ਹੈ, ਉਸ ਪਰਹੇਜ ਨੂੰ ਅਸੀਂ ਫਾਲੋ ਕਰੀਏ ਜ਼ਿੰਦਗੀ ਦੇ ਵਿੱਚ, ਤੇ ਅਸੀਂ ਬਿਮਾਰ ਨਹੀਂ ਹੋਵਾਂਗੇ। ਸਾਡੇ ਉੱਤੇ ਕਲਯੁਗ ਦਾ ਜਿਹੜਾ ਪ੍ਰਭਾਵ ਨਹੀਂ ਪੈ ਸਕਦਾ, ਕਲਯੁਗ ਸਾਨੂੰ ਤੜਫਾ ਨਹੀਂ ਸਕਦਾ, ਕਿਉਂਕਿ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਤੁਰ ਰਹੇ ਹਾਂ। ਤੇ ਜੇ ਵੈਦ ਕੋਲੋਂ ਦਵਾਈ ਲੈਣ ਦੀ ਖਾਧੀ ਨਾ, ਜੇ ਖਾ ਹੀ ਲਈ ਤੇ ਪਰਹੇਜ ਨਾ ਕੀਤਾ, ਤੇ ਕਸੂਰ ਵੈਦ ਦਾ ਕੱਢਿਆ, ਬਈ ਵੈਦ ਜੀ ਤੁਹਾਡੀ ਦਵਾਈ ਨੇ ਕੰਮ ਨਹੀਂ ਕੀਤਾ। ਕਹਿੰਦਾ ਖਾਧੀ ਸੀ, ਕਹਿੰਦਾ ਹਾਂ। ਕਹਿੰਦਾ ਕਿਵੇਂ? ਐਵੇਂ। ਕਹਿੰਦਾ ਫਿਰ ਪਰਹੇਜ ਫਲਾਣਾ ਰੱਖਿਆ। ਕਹਿੰਦਾ ਪਰਹੇਜ ਭਰੂਜ ਨਹੀਂ ਮੇਰੇ ਤੇ ਰੱਖਿਆ ਜਾਂਦਾ। ਕਹਿੰਦਾ ਜੇ ਪਰਹੇਜ ਨਹੀਂ ਰੱਖਿਆ ਜਾਂਦਾ ਤੇ ਦਵਾਈ ਅਸਰ ਨਹੀਂ ਕਰਦੀ। ਕਹਿਣ ਤੋਂ ਭਾਵ ਹੈ, ਜਦ ਅਸੀਂ ਗੁਰਦੁਆਰੇ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਪੜ੍ਹਨੀ ਜ਼ਰੂਰੀ ਹੈ, ਸੁਣਨੀ ਜ਼ਰੂਰੀ ਹੈ, ਪਰ ਇਹਦੇ ਨਾਲ ਪਰਹੇਜ ਰੱਖਣਾ ਉਦੋਂ ਵੀ ਜ਼ਰੂਰੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਟੇਕਦੇ ਹਾਂ, ਪਰਹੇਜ ਨਹੀਂ ਰੱਖਦੇ, ਜਾ ਕੇ ਮੜੀਆਂ ਵਿੱਚ ਵੀ, ਕਬਰਾਂ ਵਿੱਚ ਵੀ ਜਾ ਕੇ ਮੱਥੇ ਟੇਕਦੇ ਹਾਂ। ਜਿਸ ਗੁਰੂ ਨੇ ਸਾਨੂੰ ਨਸ਼ਿਆਂ ਤੋਂ ਵਰਜਿਆ ਹੈ, ਅਸੀਂ ਉਹ ਸਵੇਰੇ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ, ਤੇ ਸ਼ਾਮ ਨੂੰ ਅਸੀਂ ਨਸ਼ਿਆਂ ਵਿਕਾਰਾਂ ਵਿੱਚ ਜਾ ਕੇ ਗਲਤਾਨ ਹੁੰਦੇ ਹਾਂ। ਧਿਆਨ ਦਿਆ ਜੇ, ਕਲ ਯੁੱਗ ਦੇ ਵਿੱਚ, ਇਹ ਕਲ ਯੁੱਗ ਦਾ ਜਿਹੜਾ ਹੈ ਉੱਤੇ ਸਾਡੇ ਪ੍ਰਭਾਵ ਪਿਆ ਹੋਇਆ ਹੈ। ਭੱਟ ਮਥੁਰਾ ਜੀ ਕਹਿੰਦੇ ਨੇ, ਭੰਨ ਮਥੁਰਾ, ਰੁਕਣਾ ਇੱਥੇ। ਭੰਨ ਮਥੁਰਾ, ਮਥੁਰਾ, ਹੇ ਮਥੁਰਾ ਆਖ, ਕੀ ਆਖ? ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਹੁਣ ਜੇ ਇਸ ਤਰ੍ਹਾਂ ਬਾਣੀ ਨੂੰ ਪੜ੍ਹੀਏ ਨਾ, ਤੇ ਇੰਝ ਲੱਗਦਾ ਜਿਵੇਂ ਅਸੀਂ ਗੁਰੂ ਨਾਲ ਗੱਲਾਂ ਕਰਦੇ ਪਏ ਹੋਈਏ, ਪਰ ਅਸੀਂ ਤੇ ਕਹਿੰਦੇ ਆ ਵੀ ਇੰਨੇ ਅੰਗ ਕਰ ਦਿੱਤੇ ਨੇ, ਇੰਨੇ ਘੰਟੇ ਦੇ ਵਿੱਚ ਮੈਂ ਇੰਨੇ ਅੰਗ ਕਰ ਦੇਣਾ। ਪਰ ਨਹੀਂ,
ਮੇਰੇ ਅੰਗਾਂ ਦੀ ਗੱਲ ਨਾ ਰੱਖੀਏ ਵੀ ਇੰਨੇ ਅੰਗ ਪੜ੍ਹ ਦੇਣਾ ਵੀ ਇੰਨੇ ਵਾਰੀ ਮੈਂ ਸੁਖਬਾਣੀ ਦਾ ਪਾਠ ਕਰ ਲੈਣਾ। ਜਦੋਂ ਸੁਖਬਾਣੀ ਸਾਹਿਬ ਜੀ ਦੀ ਬਾਣੀ ਪੜ੍ਹੀਏ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠੀਏ, ਜੋ ਗੁਰੂ ਇੱਕ ਇੱਕ ਸਾਨੂੰ ਬੋਲ ਕਹਿੰਦਾ ਹੈ ਨਾ, ਉਹ ਸਾਡੇ ਅੰਦਰ ਐਨ ਸਾਡੇ ਹਿਰਦੇ ਦੇ ਵਿੱਚ ਵੱਜਣੇ ਚਾਹੀਦੇ ਨੇ, ਟੁੰਬਣਾ ਚਾਹੀਦਾ ਸਾਡਾ ਹਿਰਦੇ ਦੇ ਵਿੱਚ, ਸਾਡੇ ਅੰਦਰ ਜਾਗਰਤੀ ਆਉਣੀ ਚਾਹੀਦੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ, 6 ਗੁਰੂ ਸਾਹਿਬਾਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਜਦੋਂ ਕਲਯੁਗ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਅਤੇ ਭਾਈ ਗੁਰਦਾਸ ਜੀ ਬੇਰ ਹੇਠਾਂ ਬੈਠੇ ਹੋਏ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਇਸ ਕਲਯੁਗ ਦਾ ਪ੍ਰਭਾਵ ਸਾਡੇ ਮਨੁੱਖਾਂ ਦੇ ਉੱਤੇ ਨਾ ਪਵੇ, ਕੋਈ ਇਹੋ ਜਿਹਾ ਉਪਚਾਰ ਕਰੋ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਇਹ ਉਪਚਾਰ ਤੇ ਇੱਕ ਇਹੋ ਹੀ ਹੈ ਕਿ ਹਰੇਕ ਸਵਾਸ ਨਾਲ ਉਸ ਪਰਮਾਤਮਾ ਦਾ ਨਾਮ ਜਪਿਆ ਜਾਵੇ, ਹਰੇਕ ਸਵਾਸ ਨਾਲ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਜਾਵੇ। ਤੇ ਹਰੇਕ ਸਵਾਸ ਨਾਲ ਤੇ ਅਸੀਂ ਰੱਬ ਦਾ ਸਿਮਰਨ ਨਹੀਂ ਕਰ ਸਕਦੇ, ਹਰੇਕ ਸਵਾਸ ਨਾਲ ਤੇ ਉਸ ਮਾਲਕ ਨੂੰ ਵਾਹਿਗੁਰੂ ਵਾਹਿਗੁਰੂ ਅਸੀਂ ਨਹੀਂ ਕਰ ਸਕਦੇ, ਮਾਲਾ ਨਹੀਂ ਜਪ ਸਕਦੇ, ਹਰੇਕ ਸਵਾਸ ਨਾਲ ਤੇ ਅਸੀਂ ਬਾਣੀ ਨਹੀਂ ਪੜ੍ਹ ਸਕਦੇ। ਸਾਰਿਆਂ ਦਾ ਹੀ ਸਵਾਲ ਹੋਏਗਾ ਵੀ ਹਰੇਕ ਸਵਾਸ ਨਾਲ ਅਸੀਂ ਗੁਰੂ ਗੁਰੂ ਕਰਾਂਗੇ, ਕੰਮਕਾਰ ਕਿਵੇਂ ਕਰਾਂਗੇ, ਵਿਹਾਰ ਕਿਵੇਂ ਕਰਾਂਗੇ? ਤੇ ਧਿਆਨ ਦਿਆ ਜੇ, ਹਰੇਕ ਸਵਾਸ ਤੋਂ ਭਾਵ ਹੈ ਤੇਰੇ ਚਿੱਤ ਦੇ ਵਿੱਚ ਚੇਤਾ। ਸਿਮਰਨ ਕਹਿੰਦੇ ਨੇ ਯਾਦ ਕਰਨਾ, ਸਿਮਰਨ ਕਹਿੰਦੇ ਨੇ ਖਿਆਲ ਰੱਖਣਾ। ਮਾਂ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ, ਕਿਧਰੇ ਵਿਹਲੀ ਬਹਿੰਦੀ ਹੈ, ਮਾਲਾ ਫੜਦੀ ਹੈ, ਕਿਧਰੇ ਉਹ ਸਾਜ ਲੈ ਕੇ ਬੈਠਦੀ ਹੈ, ਢੋਲਕੀਆਂ ਛਾਣੇ ਨਹੀਂ ਲੋੜ ਪੈਂਦੀ ਉਹਨੂੰ ਯਾਦ ਕਰਨ ਵਾਸਤੇ। ਇਸੇ ਤਰ੍ਹਾਂ ਗੁਰੂ ਪਿਆਰਿਓ, ਜਿਹੜੇ ਰੱਬ ਦੇ ਬੰਦੇ ਨੇ, ਰੱਬ ਦੀ ਬੰਦਗੀ ਕਰਨ ਵਾਲੇ ਨੇ, ਉਹ ਕਾਰ ਵੀ ਕਰਦੇ ਨੇ, ਵਿਹਾਰ ਵੀ ਕਰਦੇ ਨੇ, ਸੰਸਾਰ ਵਿੱਚ ਰਹਿੰਦੇ ਨੇ, ਤਨ ਕਰਕੇ ਸੰਸਾਰ ਵਿੱਚ ਤੇ ਮਨ ਕਰਕੇ ਉਹ ਨਿਰੰਕਾਰ ਨਾਲ ਜੁੜੇ ਰਹਿੰਦੇ। ਮਨ ਜਿਹੜਾ ਹੈ ਉਹ ਨਿਰੰਕਾਰ ਨਾਲ ਜੁੜਿਆ ਰਹਿੰਦਾ ਹੈ। ਜੋ ਅਸੀਂ ਪੜ੍ਹਦੇ ਹਾਂ ਨਾ, ਸਾਸ ਸਾਸ ਸਿਮਰੋ ਗੋ ਧਰਤੀ, ਬਿੰਦ ਧਰਤੀ ਦੇ ਮਾਲਕ, ਹਰੇਕ ਸਵਾਸ ਨਾਲ ਉਸ ਨੂੰ ਚੇਤਾ ਰੱਖਣਾ, ਹੱਥ ਕੰਮ ਵੱਲੇ ਤੇ ਮਨ ਉਸ ਨਿਰੰਕਾਰ ਵੱਲੇ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਜੀ ਜਦੋਂ ਇਹ ਬਚਨ ਕਹਿੰਦੇ ਨੇ ਨਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਤਬ ਗੁਰਮੁਖ ਸੁਖ ਮਨੀ ਉਚਾਰੀ। ਪਾਸ਼ਾ ਕਹਿੰਦੇ ਨੇ ਬਈ ਇੱਕ ਗੱਲ ਹੈ, ਜੇ 24,000 ਸਵਾਸ ਇੱਕ ਮਨੌਤ ਹੈ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਹਿ ਰਿਹਾ ਵੀ ਹਾਂ ਮਨੁੱਖ 24,000 ਸਵਾਸ ਹੀ ਲੈਂਦਾ, ਇੱਕ ਮਨੌਤ ਮੰਨੀ ਜਾਂਦੀ ਹੈ। ਲੋਕੀ ਸਿਆਣੇ ਕਹਿੰਦੇ ਨੇ, ਡਾਕਟਰ ਵੀ ਕਹਿੰਦੇ ਨੇ, ਸਾਇੰਸ ਵੀ ਕਹਿੰਦੀ ਹੈ, ਤੇ ਗੁਰੂ ਸਾਹਿਬ ਜੀ ਵੀ ਸਾਨੂੰ ਦੱਸ ਰਹੇ ਨੇ, ਤਬ ਗੁਰਮੁਖ, ਗੁਰੂ ਨੇ ਆਪਣੇ ਮੁਖ ਦੇ ਉੱਤੋਂ ਸੁਖ ਮਣੀ ਉਚਾਰੀ। ਮਾਣਨ ਮਾਲ ਮਨ ਔਰ ਧਾਰੀ, 24,000 ਅਛਰ ਇਹ ਧਰੇ, ਜਾਂ ਕੀ ਉਪਮਾ ਸ੍ਰੀ ਮੁਖ ਰਰੇ। ਪਾਤਸ਼ਾਹ ਨੇ ਜਿਹੜੇ ਗੁਰਮੁਖ ਆਪਾਂ ਸੁਖਮਨੀ ਸਾਹਿਬ ਜੀ ਬਾਣੀ ਪੜ੍ਹਦੇ ਆ ਨਾ, ਇਹ ਗੁਰਬਿਲਾਸ ਕਹਿ ਰਿਹਾ ਹੈ। ਗੁਰਬਿਲਾਸ ਦੇ ਲਿਖਾਰੀ ਨੇ ਲਿਖਿਆ ਹੈ ਕਿ ਸੁਖਮਨੀ ਦੀਆਂ 24 ਅਸ਼ਟਪਦੀਆਂ ਨੇ ਤੇ 24,000 ਅੱਖਰ ਨੇ। ਗੁਰੂ ਸਾਹਿਬ ਜੀ ਨੇ ਇਹ ਸੁਖਮਨੀ ਉਚਾਰਨ ਕਰ ਦਿੱਤੀ ਕਿ ਜਿਹੜਾ ਕਲਯੁਗ ਦਾ ਪ੍ਰਭਾਵ ਹੈ ਮਨੁੱਖ ਤੇਰੇ ਉੱਤੇ ਨਹੀਂ ਪਏਗਾ। 24 ਅਸ਼ਟਪਦੀਆਂ ਤੇ ਮਨੁੱਖ ਮਨੌਤ ਹੈ ਕਿ 24,000 ਸਵਾਸ 24 ਘੰਟਿਆਂ ਵਿੱਚ ਲੈਂਦਾ ਹੈ। 24 ਘੰਟਿਆਂ ਵਿੱਚ 24,000 ਸਵਾਸ ਲੈਂਦਾ ਹੈ। ਜੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਤੇ ਉਸ ਨੂੰ ਆਪਣੇ ਅਮਲ ਦੇ ਵਿੱਚ ਲੈਵੇ। ਮੈਂ ਇਹ ਨਹੀਂ ਕਹਿੰਦਾ ਵੀ ਹਾਂ ਸੁਖਮਨੀ ਸਾਹਿਬ ਦਾ ਪਾਠ ਤੇ ਕਈ 25 ਮਿੰਟਾਂ 'ਚ ਵੀ ਕਰ ਦਿੰਦੇ ਨੇ, ਤੇ ਕਈ ਸਵਾ ਘੰਟਾ ਲਾਉਂਦੇ ਨੇ, ਤੇ ਕਈ 2-2 4-4 ਦਿਨ ਲਾ ਦਿੰਦੇ ਨੇ। ਮੈਂ ਸੀਮਾ ਨਹੀਂ ਕਹਿ ਰੱਖਦਾ,
ਪਰ ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਕਰਦਾ ਹੈ ਤੇ ਉਸ ਨੂੰ ਆਪਣੇ ਅੰਦਰ ਨਿਗਲ ਜਾਂਦਾ ਹੈ। ਨਿਗਲ ਕਿਵੇਂ ਜਾਂਦਾ ਹੈ? ਜੋ ਗੁਰੂ ਕੀ ਬਾਣੀ ਕਹਿੰਦੀ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜਿਹੜਾ ਹਰੇਕ ਸਵਾਸ ਨਾਲ ਉਹ ਜਿਹੜੇ ਬੋਲ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ, ਜੋ ਉਪਦੇਸ਼ ਹੈ, ਕਹਿਣ ਤੋਂ ਭਾਵ ਜੋ ਸਿੱਖਿਆ ਦਿੱਤੀ ਹੈ, ਉਸ ਨੂੰ ਆਪਣੇ ਜੀਵਨ ਵਿੱਚ ਢਾਲ ਲੈਂਦਾ ਏ। ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਉਹਦਾ 24,000 ਜਾਂ ਸਵਾਸ ਸਫਲ ਹੋ ਜਾਏਗਾ, ਇੱਕ ਵੀ ਅਸਫਲ ਨਹੀਂ ਹੋਏਗਾ। ਨਹੀਂ ਤੇ ਸਾਡੇ ਬਹੁਤ ਸਵਾਸ ਜਿਹੜੇ ਨੇ ਅਸਫਲ ਜਾ ਰਹੇ ਨੇ। ਚੰਦ ਸਵਾਸ ਜਿਹੜੇ ਨੇ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਮੂੰਹ ਦੇ ਵਿੱਚੋਂ ਜਾਂ ਗੁਰੂ ਦਾ ਸਿਮਰਨ ਕਰਦੇ ਹਾਂ ਸਫਲ ਹੁੰਦੇ ਨੇ। ਨਹੀਂ ਤੇ ਸਾਡੇ ਜਿਹੜੇ ਬਹੁਤ ਸਵਾਸ ਨੇ, ਕਈਆਂ ਦੇ ਤੇ ਮੂੰਹ ਚੋਂ ਵਾਹਿਗੁਰੂ ਨਿਕਲਦਾ ਹੀ ਨਹੀਂ। ਕਈ ਤੇ ਮਹੀਨੇ ਵਾਲੇ ਦਿਨ ਆਉਂਦੇ ਨੇ ਵੀ ਸਕਰਾਂਦ ਵਾਲੇ ਦਿਨ ਹੀ ਜਾਣਾ ਹੈ, ਵੀ ਉਦੋਂ ਹੀ ਜਾ ਕੇ ਸਕਰਾਂਦ ਦਾ ਜਿਹੜਾ ਦਿਹਾੜਾ ਹੈ ਉਦੋਂ ਜਾਵਾਂਗੇ। ਭਾਈ ਸਾਹਿਬ ਜੀ ਜਦੋਂ ਸਾਨੂੰ ਸੁਣਾਉਣਗੇ ਮਹੀਨਾ ਸੁਣ ਕੇ ਵਾਹਿਗੁਰੂ ਵਾਹਿਗੁਰੂ ਘਰਦਾਰ ਜਾਵਾਂਗੇ, ਪਰ ਉਸ ਦਿਨ ਕਿਆ ਮੇਰੇ ਮਾਲਕ ਨੇ ਕੀ ਨਹੀਂ, ਉਹਦੇ ਨਹੀਂ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਾਤ ਸਮੇਂ ਜੋ ਸੁਖਮਨੀ ਪੜ੍ਹੈ, ਪ੍ਰਾਤ ਸਮੇਂ ਪ੍ਰਭਾਤ ਵੇਲੇ। ਪ੍ਰਭਾਤ ਵੇਲੇ ਇਹ ਕਿਉਂ ਕਿਹਾ ਜੀ? ਵੇਖੋ ਅੱਜ ਫੋਨ ਦੀਆਂ ਟੱਲੀਆਂ ਵਾਰ-ਵਾਰ ਅਸੀਂ ਖੜਕਦੀਆਂ ਰਹਿੰਦੀਆਂ ਨੇ, ਸਾਨੂੰ ਗੁਰਦੁਆਰੇ ਵੀ ਸਤਾਉਂਦਾ ਰਹਿੰਦਾ ਫੋਨ, ਹੈ ਨਾ ਜੀ। ਅੱਜ ਵੇਖੋ ਕਿੰਨੀ ਇਹ ਸਾਨੂੰ ਇਹ ਜਿਹੜੇ ਅਸੀਂ ਡਿਪਰੈਸ਼ਨ 'ਚ ਰਹਿੰਦੇ ਹਾਂ, ਫੋਨ ਖੜਕੇ ਆ ਗੱਡੀ ਚਲਾਉਂਦਿਆਂ ਵੀ ਰੋਕਣੀ ਪੈਂਦੀ ਹੈ, ਖਰੇ ਕਿਦਾ ਕੋਈ ਐਮਰਜੈਂਸੀ ਨਾ ਆ ਗਿਆ ਹੋਵੇ। ਹੁਣ ਮੇਰੇ ਪਾਤਸ਼ਾਹ ਨੇ ਇਸ ਕਰਕੇ ਆ ਪ੍ਰਭਾਤ ਵੇਲੇ, ਸਵੇਰ ਵੇਲੇ, ਜਦੋਂ ਸ਼ਾਂਤਮਈ ਸਮਾਂ, ਸੁਖਮਨੀ ਸਾਹਿਬ ਦਾ ਪਾਠ ਜਦੋਂ ਮਰਜ਼ੀ ਕਰੋ, ਬਾਣੀ ਜਦੋਂ ਮਰਜ਼ੀ ਪੜ੍ਹੋ, ਇਹ ਕੋਈ ਟਾਈਮ ਨਹੀਂ ਹੈਗਾ ਵੀ ਹਾਂ ਇਸੇ ਸਮੇਂ ਜਦੋਂ ਮਰਜ਼ੀ ਸਿਮਰਨ ਕੀਤਾ ਜਾ ਸਕਦਾ। ਪਰ ਪ੍ਰਭਾਤ ਵੇਲੇ ਨੂੰ ਇਸ ਕਰਕੇ ਅਹਿਮੀਅਤ ਦਿੱਤੀ ਕਿ ਉਦੋਂ ਇੱਕ ਦੇ ਬੰਦਾ ਸੌਂ ਕੇ ਉੱਠਿਆ ਹੈ, ਫਰੈਸ਼ ਹੈ, ਥਕਾਵਟ ਨਹੀਂ ਹੈ, ਉਹਦਾ ਸੰਤੁਲਨ ਠੀਕ ਹੈ। ਤੇ ਜਦੋਂ ਬਾਣੀ ਪੜ੍ਹੇਗਾ ਨਾ ਤੇ ਉਹਦੇ ਜਿਹੜੇ ਬੋਲ ਨੇ ਉਹਦੇ ਅੰਦਰ ਤੁਰੇ ਜਾਣਗੇ, ਤੇ ਜਿਹੜੇ ਅੰਦਰ ਜਦੋਂ ਜਾਣਗੇ ਫਿਰ ਉਹ ਅਮਲ ਦੇ ਵਿੱਚ ਲਿਆਵੇਗਾ, ਜੀਵਨ ਵਿੱਚ ਲਿਆਵੇਗਾ, ਉਹਦੇ ਸਵਾਸ ਸਫਲ ਹੋਣਗੇ। ਕਿਆ ਪ੍ਰਾਤ ਸਮੇਂ ਜੋ ਸੁਖਮਨੀ ਪੜ੍ਹੈ, ਕੋ ਹਿਤ ਧਾਰ, ਹਿਤ ਪ੍ਰੇਮ ਨਾਲ। ਹਿਤ ਮੀਨਸ ਪ੍ਰੇਮ ਨਾਲ ਪੜ੍ਹੇ। ਬਾਣੀ ਪੜ੍ਹਦੇ ਆ ਪਰ ਅਸੀਂ ਪ੍ਰੇਮ ਨਾਲ ਨਹੀਂ। ਬਾਣੀ ਆਪਾਂ ਰੋਜ਼ ਕਹਿੰਦੇ ਆ ਜਿਨ ਪ੍ਰੇਮ ਕੀਓ, ਜਿਸ ਨੇ ਪ੍ਰੇਮ ਕੀਤਾ ਗੁਰੂ ਦੀ ਬਾਣੀ ਨਾਲ ਰੱਬ ਉਹਨੇ ਹੀ ਪਾਇਆ ਹੈ। ਜੇ ਸਾਨੂੰ ਕਿਸੇ ਪਿਆਰੇ ਦਾ ਲੈਟਰ ਆ ਜਾਏ, ਚਿੱਠੀ ਆ ਜਾਏ ਜਿਹਦੇ ਨਾਲ ਸਾਡਾ ਬਹੁਤ ਨਜ਼ਦੀਕੀ ਹੋਵੇ, ਅਸੀਂ ਇੱਕ ਵਾਰੀ ਨਹੀਂ ਉਹਨੂੰ ਮੋੜ ਕੇ ਪੜ੍ਹਦੇ ਹਾਂ। ਗੱਲ ਉਹ ਸਮਝ ਆ ਗਈ ਹੁੰਦੀ ਹੈ, ਸ਼ਬਦਾਂ ਦਾ ਪਤਾ ਲੱਗ ਹੀ ਹੁੰਦਾ ਮੈਨੂੰ ਇਹਨੇ ਉਹ ਇਹ ਬੋਲ ਕਹੇ ਨੇ, ਪਰ ਚਿੱਠੀ ਆਪਣੇ ਸੀਨੇ ਨਾਲ ਲਾਉਂਦੇ ਆ। ਵਾਰ-ਵਾਰ ਉਹਨੂੰ ਪੜ੍ਹਨ ਨੂੰ ਜੀ ਕਰਦਾ ਹੈ ਵੀ ਫਿਰ ਵੇਖਾਂ ਇਹਦੇ ਵਿੱਚ ਕੀ ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ, ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ, ਗੁਰੂ ਸ਼ਬਦ ਨਾਲ ਪਿਆਰ ਕਰਦੇ ਨੇ, ਉਹ ਇੱਕ ਦਿਨ ਨਹੀਂ, ਉਹ ਵਾਰ-ਵਾਰ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ ਤੇ ਹਿੱਤ ਨਾਲ ਪੜ੍ਹਦੇ ਨੇ। ਤਾਂ ਕੋ ਫਲ ਸਭ ਹੀ ਲਹੈ, ਸੁਨੈ ਲਹੈ ਫਲ ਚਾਰ। ਸੁਨੈ ਲਹੈ ਫਲ ਚਾਰ। ਚਾਰ ਤੋਂ ਭਾਵ ਕੀ ਹੈ? ਚਾਰ ਪਦਾਰਥ ਜੇ ਕੋ ਮੰਗੈ, ਚਾਰ ਪਦਾਰਥ। ਜੇ ਕਿਤੇ ਚਾਰ ਪਦਾਰਥਾਂ ਦੀ ਜਿਹਨੂੰ ਲੋੜ ਹੈਗੀ ਨਾ, ਧਰਮ ਅਰਥ ਅਰ ਕਾਮ ਮੋਖ, ਜੇ ਚਾਰ ਪਦਾਰਥਾਂ ਦੀ ਲੋੜ ਹੈ ਤੇ ਚਾਰ ਪਦਾਰਥ ਮਨੁੱਖ ਤੈਨੂੰ ਗੁਰੂ ਕੀ ਬਾਣੀ ਦਾ ਸਿਮਰਨ ਕਰਦਿਆਂ ਹੀ ਮਿਲ ਜਾਣਗੇ। ਤੈਨੂੰ ਮੋਕਸ਼ ਵੀ ਤੈਨੂੰ ਮਿਲ ਜਾਏਗੀ, ਤੈਨੂੰ ਸੰਸਾਰ ਦੇ ਸੁੱਖ ਮਿਲ ਜਾਣਗੇ, ਤੈਨੂੰ ਸੰਸਾਰ ਦੇ ਜਿਹੜੇ ਪਦਾਰਥ ਨੇ ਨਾ ਸਾਰੇ ਮਿਲ ਜਾਣਗੇ। ਪਰ ਗੱਲ ਕੀ ਹੈ? ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਰੱਬ ਦੀ ਬੰਦਗੀ ਕਰਦੇ ਨੇ, ਰੱਬ ਉਹਨਾਂ ਦਾ ਕਾਰਜ ਆਪ ਸਵਾਰਦਾ ਹੈ। ਜਿਹੜੇ ਰੱਬ ਦੇ ਬਣ ਜਾਂਦੇ ਨੇ ਉਹਨਾਂ ਦੇ ਕਾਰਜ ਰੱਬ ਪਰਮਾਤਮਾ ਆਪ ਸਵਾਰਦੇ ਨੇ। ਤੇ ਮੈਂ ਸਵਈਆ ਆ ਲਿਆ ਹੈ, ਭਨ ਮਥੁਰਾ ਕਛ ਭੇਦ ਨਹੀਂ। ਮਥੁਰਾ ਕਹਿ ਕੀ ਆਖ, ਗੁਰੂ ਅਰਜਨ ਦੇ ਅਤੇ ਰੱਬ ਦੇ ਵਿੱਚ ਕੋਈ ਮਤ ਭੇਦ ਨਾ ਜਾਣ। ਪ੍ਰਤੱਖ ਹਰ, ਪ੍ਰਤੱਖ ਤੋਂ ਭਾਵ ਹੈ ਯਕੀਨਨ ਜਾਣ, ਸਾਖਸ਼ਾਤ ਜਾਣ ਕਿ ਗੁਰੂ ਅਰਜਨ ਸਾਹਿਬ ਆਪ ਰੱਬ ਪ੍ਰਗਟ ਹੋਇਆ ਹੈ, ਆਪ ਪਰਮਾਤਮਾ ਆ ਗਿਆ ਹੈ।
ਤੇ ਜਿਹੜਾ ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਤੱਖ ਹਰ ਜਾਣ ਕਰਕੇ, ਰੱਬ ਜਾਣ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਜਾਣ ਕਰਕੇ ਮੱਥਾ ਟੇਕੇ ਤੇ ਫਿਰ ਜਾ ਕੇ ਮੜੀ ਚੱਗੇ ਟੇਕੇ, ਫਿਰ ਵੀ ਉਹਦਾ ਕੀ ਕੀਤਾ ਜਾਏਗਾ ਇਲਾਜ? ਬਈ ਜਿਹੜਾ ਪ੍ਰਤੱਖ ਹਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਫਿਰ ਜਾ ਕੇ ਕਿਸੇ ਮਨੁੱਖ ਦੇ ਅੱਗੇ ਹੱਥ ਜਾ ਕੇ ਟੱਡ ਦੇਵੇ, ਸਿਆਣੇ ਨੂੰ ਹੱਥ ਵਿਖਾਵੇ, ਮੇਰੀਆਂ ਲੀਕਾਂ ਵੇਖੀ, ਤੇ ਜਿਹੜਾ ਲੀਕਾਂ ਲਿਖਣ ਵਾਲਾ ਏ ਉਹਦੇ ਕੋਲੋਂ ਧੋ ਕੇ ਜਾ ਰਿਹਾ ਹੈ, ਜਿਹੜਾ ਤੇਰੇ ਮਸਤਕ ਦੇ ਭਾਗ ਬਣਾਉਣ ਵਾਲਾ ਏ, ਤੇ ਜਾ ਕੇ ਲੀਕਾਂ ਤੂੰ ਦੂਸਰਿਆਂ ਨੂੰ ਵਿਖਾਵੇਂ, ਤੇ ਫਿਰ ਕੀ ਹੋਵੇਗਾ? ਫਿਰ ਤੇ ਕਲਯੁਗ ਨੇ ਆਪਣੇ ਆਪ ਜ਼ੋਰ ਪਾ ਹੀ ਲੈਣਾ ਏ। ਮੇਰੇ ਪਾਤਸ਼ਾਹ ਦੇ ਪਰਥਾਏ ਪੱਟ ਵੇਖੋ ਕੀ ਕਹਿੰਦੇ ਨੇ, ਕੱਲ ਸਮੁੰਦਰ ਭੈ ਰੂਪ, ਇਹਨੂੰ ਐਵੇਂ ਪੜ੍ਹਨਾ ਹੈ, ਪ੍ਰਗਟ ਹਰ ਨਾਮ ਉਦਾਹਰਣ। ਮੈਂ ਕਲਯੁਗ ਤੋਂ ਲਿਆ ਹੈ। ਕਲ ਯੁਗ ਦੇ ਸਮੁੰਦਰ ਵਿੱਚ ਘੋਰ ਡਰਾਉਣੇ ਭਿਆਨਕ ਸਮੁੰਦਰ, ਇੱਕ ਸਮੁੰਦਰ ਉਹ ਹੈ ਜਿਹੜਾ ਸਾਨੂੰ ਦਿਸਦਾ ਹੈ, ਇੱਕ ਡਰਾਉਣਾ ਭਿਆਨਕ ਸਮੁੰਦਰ ਸੰਸਾਰ ਭਵ ਸਾਗਰ ਜਿਹਨੂੰ ਅਸੀਂ ਕਹਿੰਦੇ ਹਾਂ। ਇਸ ਸੰਸਾਰ ਭਵ ਸਾਗਰ ਦੇ ਵਿੱਚ ਮਨੁੱਖ ਗੋਤੇ ਖਾ ਰਿਹਾ। ਕੱਲ ਸਮੁੰਦਰ ਭੈ ਰੂਪ, ਪ੍ਰਗਟ ਹਰ ਨਾਮ ਉਦਾਹਰਣ। ਤੇ ਭੱਟ ਮਥੁਰਾ ਜੀ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਹਰੀ ਨਾਮ ਰੂਪ ਪ੍ਰਗਟ ਹੋਏ ਨੇ, ਹਰੀ ਨਾਮ ਰੂਪ ਪ੍ਰਗਟ ਹੋਏ ਨੇ। ਤੇ ਪ੍ਰਗਟ ਕੀ ਹੁੰਦਾ ਹੈ? ਜੋਤ ਪ੍ਰਗਟ ਹੁੰਦੀ ਹੈ। ਅਸੀਂ ਪੜ੍ਹਦੇ ਹਾਂ ਨਾ, ਖਾਲਸਾ ਅਕਾਲ ਪੁਰਖ ਕੀ ਪਹੁੰਚ, ਪ੍ਰਗਟਿਓ ਖਾਲਸਾ ਪਰਮਾਤਮ ਕੀ ਪਹੁੰਚ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ। ਜੋਤ ਜਿਹੜੀ ਹੈ ਨਾ ਉਹ ਪ੍ਰਗਟ ਹੁੰਦੀ ਹੈ। ਤੇ ਪ੍ਰਗਟ ਦਾ ਜਿਹੜਾ ਵਿਪਰੀਤ ਸ਼ਬਦ ਹੈ ਗੁਪਤ। ਤੇ ਜਿਹੜੀ ਚੀਜ਼ ਗੁਪਤ ਹੋਏਗੀ ਉਹ ਪ੍ਰਗਟ ਹੋ ਗਈ, ਤੇ ਜਿਹੜੀ ਪ੍ਰਗਟ ਹੋ ਗਈ, ਕਈ ਚੀਜ਼ ਗੁਪਤ ਹੁੰਦੀ ਹੈ ਉਹ ਪ੍ਰਗਟ ਹੋ ਜਾਂਦੀ ਹੈ, ਪਰ ਕਈਆਂ ਨੂੰ ਗੁਪਤ ਦਾ ਪ੍ਰਗਟ ਦਾ ਪਤਾ ਹੀ ਨਹੀਂ ਲੱਗਦਾ ਵੀ ਗੁਪਤ ਕੀ ਹੈ ਤੇ ਪ੍ਰਗਟ ਕੀ ਹੈ। ਹੁਣ ਭੱਟ ਮਥੁਰਾ ਨੂੰ ਪਤਾ ਲੱਗ ਗਿਆ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਤੱਖ ਹਰ ਨੇ, ਰੱਬ ਆਪ ਪ੍ਰਗਟ ਹੋਇਆ ਏ। ਪਰ ਜਿਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਰੱਬ ਆਪ ਪ੍ਰਗਟ ਹੋਇਆ ਏ, ਉਹ ਤੱਤੀ ਰੇਤਾ ਪਾ ਰਿਹਾ, ਉਹ ਤੱਤੀ ਰੇਤਾ ਪਵਾਈ ਜਾ ਰਿਹਾ ਹੈ, ਕਿਉਂਕਿ ਉਹਨੂੰ ਪਤਾ ਨਹੀਂ ਹੈ। ਉਹਦੀਆਂ ਅਗਿਆਨਤਾ ਦੇ ਵਿੱਚ ਹਨੇਰੇ ਵਿੱਚ ਉਹ ਟੱਕਰਾਂ ਮਾਰ ਰਿਹਾ ਹੈ, ਉਹਨੂੰ ਚਾਨਣਾ ਨਹੀਂ ਹੋਇਆ, ਉਹਨੂੰ ਰੱਬ ਨੇ ਪ੍ਰਕਾਸ਼ ਨਹੀਂ ਦਿੱਤਾ, ਉਹਨੂੰ ਕੇਵਲ ਇੱਕ ਮਨੁੱਖ ਹੀ ਦਿਸ ਰਿਹਾ ਹੈ। ਪਰ ਜਿਹਦੇ ਅੰਦਰ ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ, ਭੱਟ ਮਥੁਰਾ ਕਹਿੰਦੇ ਨੇ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪ੍ਰਤੱਖ ਰੱਬ ਦਾ ਰੂਪ ਨੇ। ਬਸ ਹੈ ਸੰਤ ਜਿਸ ਹਿਰਦੈ, ਜਿਸ ਦੇ ਹਿਰਦੈ ਤੋਂ ਭਾਵ ਹੈ ਜਿਸ ਦੇ ਹਿਰਦੇ ਦੇ ਵਿੱਚ ਬਸ ਹੈ ਸੰਤ। ਸੰਤ ਤੋਂ ਭਾਵ ਹੈ, ਅਸੀਂ ਸੰਤ ਕਿਸੇ ਲਿਬਾਸ ਵਾਲੇ ਨੂੰ ਵੀ ਕਹਿ ਦਿੰਦੇ ਹਾਂ। ਇੱਥੇ ਸੰਤ ਦਾ ਅਰਥ ਜੇ ਕਰੀਏ, ਜਿਹਦਾ ਮਨ ਟਿਕ ਗਿਆ ਹੋਵੇ, ਜਿਹੜਾ ਮਨ ਇੰਦਰੀਆਂ ਨੂੰ ਕਾਬੂ ਕਰ ਲਏ, ਜਿਹੜਾ ਆਪਣੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਕਾਬੂ ਕਰ ਲੈਂਦਾ, ਜਿਹੜਾ ਸ਼ਾਂਤ ਹੋ ਜਾਂਦਾ ਹੈ, ਅੰਦਰੋਂ ਬਾਹਰੋਂ ਇੱਕ ਹੋ ਜਾਵੇ, ਉਹਨੂੰ ਸੰਤ ਆਖਦੇ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਭਾਗ। ਤੇ ਜਿਹੜਾ ਸੰਤ ਹੈ ਸ਼ਾਂਤ ਹੋ ਗਿਆ, ਤੇ ਗੁਰੂ ਸਾਹਿਬ ਜੀ ਦੀ ਰਹਿਮਤ ਸਦਕੇ ਭੱਟ ਜੀ ਕਹਿੰਦੇ ਨੇ ਬਸ ਹੈ ਸੰਤ। ਉਹ ਸ਼ਾਂਤੀ ਦਾ ਸੋਮਾ ਭਾਵ ਰੱਬ ਪਰਮਾਤਮਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹਿਰਦੇ ਦੇ ਵਿੱਚ ਟਿਕਾ ਬਣਾ ਲਿਆ। ਜਿੱਥੇ ਉੱਥੇ ਹੀ ਜਿੱਥੇ ਟਿਕਾ ਬਣਾ ਲਏ, ਜਿੱਥੇ ਜੋਤ ਰੱਖ ਦਿੱਤੀ ਜਾਵੇ ਉੱਥੇ ਚਾਨਣਾ ਹੋ ਜਾਂਦਾ ਹੈ ਨਾ। ਜਿੱਥੇ ਰੱਬ ਆਪ ਵਸ ਜਾਵੇ, ਜਿਸ ਘਰ ਦੇ ਵਿੱਚ ਆਪ ਰੱਬ ਹੋਵੇ, ਪ੍ਰਕਾਸ਼ ਹੋ ਜਾਵੇ, ਤੇ ਫਿਰ ਚਾਨਣਾ ਹੋ ਜਾਏਗਾ, ਪ੍ਰਕਾਸ਼ ਹੋ ਜਾਏਗਾ, ਅੰਧਕਾਰ ਮਿਟ ਜਾਏਗਾ। ਭੱਟ ਜੀ ਕਹਿੰਦੇ ਨੇ ਜਿਸ ਹਿਰਦੈ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ, ਉਹ ਵਾਹਿਗੁਰੂ ਆਪ ਟਿਕਾ ਬਣਾ ਲਿਆ ਹੈ, ਆਪ ਉਸ ਹਿਰਦੇ ਘਰ ਵਿੱਚ ਵਸਿਆ ਹੈ। ਦੁੱਖ ਦਾਰਿਦਰ ਨਿਵਾਰਨ ਕਾਹਦੇ ਲਈ ਵਸਿਆ ਜੀ? ਗੁਰੂ ਅਰਜਨ ਸਾਹਿਬ ਮਹਾਰਾਜ ਵਿੱਚ। ਦੁੱਖ ਦਾਰਿਦਰ, ਦਰਿਦਰ ਪਤਾ ਕਿਹਨੂੰ ਕਹਿੰਦੇ ਨੇ? ਕੰਗਾਲੀ ਨੂੰ, ਗਰੀਬੀ ਨੂੰ।
ਕੰਗਾਲ ਨੂੰ, ਕੰਗਾਲ ਹੋਵੇ ਤੇ ਉਹਨੂੰ ਕਹਿੰਦੇ ਨੇ ਦਰਿਦਰੀ ਦਾ ਮਾਰਿਆ ਹੋਇਆ, ਜਿਹਨੇ ਨਾ ਕਦੇ, ਜਿਹਦੇ ਕੋਲ 4 ਟਕੇ ਨਾ ਹੋਣ, ਗਰੀਬੀ ਹੋਵੇ, ਤੇ ਅਸੀਂ ਉਹਨੂੰ ਦਰਿਦਰੀ ਦਾ ਮਾਰਿਆ ਕਹਿੰਦੇ ਆ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਥਾਏ ਭੱਟ ਜੀ ਕਹਿੰਦੇ ਨੇ ਦੁੱਖ ਅਤੇ ਦਰਿਦਰ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸਾਰਿਆਂ ਦਾ ਦੂਰ ਕਰ ਦਿੰਦਾ। ਦੁੱਖ ਵੀ ਕਿਹੋ ਜਿਹੇ ਨੇ, ਜੇ ਦੁੱਖ ਦੀ ਅਸੀਂ ਗੱਲ ਕਰੀਏ, ਅਧਿਆਤਮਕ ਦੁੱਖ, ਤੇ ਇਹ ਸ਼ਾਸਤਰਾਂ ਦੇ ਵਿੱਚ ਹੈ ਅਧਿਆਤਮਕ, ਆਦ ਭੌਤਿਕ, ਆਦ ਵੈਦਿਕ। ਜਿਸ ਨੂੰ ਅਸੀਂ ਸਿੱਧਾ ਜਿਹਾ ਕਹਿ ਦਈਏ ਆਦ, ਵਿਆਦ ਤੇ ਉਪਾਦ, ਇਹ ਦੁੱਖ ਨੇ ਮਨੁੱਖ ਨੂੰ ਸਾਰਿਆਂ ਨੂੰ, ਮੇਰੇ ਸਮੇਤ ਜਿੰਨੇ ਆਪਾਂ ਬੈਠੇ ਹਾਂ, ਸਾਨੂੰ ਸਾਰਿਆਂ ਨੂੰ ਲੱਗੇ ਹੋਏ ਨੇ। ਅਧਿਆਤਮਕ ਦੁੱਖ, ਮਾਨਸਿਕ ਪ੍ਰੋਬਲਮ, ਮਨ ਦਾ ਦੁੱਖ, ਸਰੀਰ ਦਾ ਰੋਗ ਜਿਹਨੂੰ ਲੱਗਾ, ਜਿਹਨੂੰ ਰੋਗ ਕਰਕੇ ਤੜਫ ਰਿਹਾ। ਕਈ ਬੋਡੀ ਨੂੰ ਰੋਗ ਲੱਗਾ, ਰੋਗ ਕਰਕੇ ਅਸੀਂ ਸਾਰੇ ਹੀ ਰੋਗੀ ਆ, ਜਿੰਨੇ ਵੀ ਆ ਅਸੀਂ ਸਾਰੇ ਰੋਗੀ ਆ। ਜੇ ਕੋਈ ਨਿਰੋਗ ਸਰੀਰ ਕਰਕੇ ਹੋਵੇਗਾ ਨਾ, ਤੇ ਮਨ ਕਰਕੇ ਉਹ ਵੀ ਰੋਗੀ ਹੈ। ਮਾਨਸਿਕ ਪ੍ਰੋਬਲਮ ਹਰ ਕਿਸੇ ਨੂੰ ਹੈ, ਮਨ ਦਾ ਰੋਗ ਹਰ ਕਿਸੇ ਨੂੰ ਲੱਗਾ ਹੋਇਆ ਹੈ। ਤੇ ਜਿਹੜਾ ਮਨ ਦਾ ਰੋਗ ਹੈ ਦੁਖੀ ਕਰਦਾ ਹੈ, ਸਰੀਰ ਦਾ ਰੋਗ ਦੁਖੀ ਕਰਦਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਸਰੀਰ ਦਾ ਵੀ ਰੋਗ ਹੈ ਨਾ, ਤਾਂ ਵੀ ਦੂਰ ਕਰ ਦਿੰਦੇ। ਪਾਲਪੁਰ ਕੋੜੀ ਬੈਠਾ ਹੈ ਨਾ, ਜਿਹਨੂੰ ਤਨ ਦਾ ਰੋਗ ਲੱਗ ਗਿਆ ਸੀ, ਆਚਰਣ ਤੋਂ, ਕਰੈਕਟਰ ਤੋਂ ਡਿੱਗਿਆ ਹੋਇਆ ਸੀ, ਤੇ ਉਹ ਆਚਰਣਹੀਣ ਕਰਕੇ ਉਹਨੂੰ ਤਨ ਦਾ ਰੋਗ ਲੱਗ ਗਿਆ। ਤੇ ਨਗਰ ਵਾਲਿਆਂ ਨੇ ਬਾਹਰ ਜਾ ਕੇ ਇੱਕ ਝੁੱਗੀ ਪਾ ਕੇ ਛੱਡ ਦਿੱਤਾ। ਕਹਿਣ ਉਹਦੇ ਕੋਲੋਂ ਬੋਡੀ ਦੇ ਵਿੱਚੋਂ, ਸਰੀਰ ਵਿੱਚੋਂ ਬੂ ਆਉਣ ਲੱਗ ਪਈ, ਕਿਉਂਕਿ ਕੋੜ ਦਾ ਰੋਗ ਹੋ ਗਿਆ ਉਹਨੂੰ, ਕੋੜ ਦਾ ਰੋਗ ਹੋ ਗਿਆ, ਸਰੀਰ ਵਿੱਚੋਂ ਪੀਕ ਵਗਣ ਲੱਗ ਪਈ। ਤੇ ਲੋਕ ਹੁਣ ਉਸ ਦੇ ਕੋਲੋਂ ਬਦਬੂ ਆਉਂਦੀ ਹੈ, ਛੂਤ ਦਾ ਰੋਗ ਹੋਣ ਕਰਕੇ ਉਹਨੂੰ ਇੱਕ ਬਾਹਰ ਝੁੱਗੀ ਪਾ ਕੇ ਛੱਡ ਆਏ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਨੂੰ ਵੀ ਤਾਰਦੇ ਨਹੀਂ। ਜੋਤ ਉਹੀ ਹੈ, ਪੰਜਵੇਂ ਪਾਤਸ਼ਾਹ ਜਾਂ ਗੁਰੂ ਨਾਨਕ ਸਾਹਿਬ, ਜੋਤ ਇੱਕ ਹੈ, ਸਰੂਪ ਵੱਖਰੇ ਵੱਖਰੇ, ਦੀਵਾ ਇੱਕ ਹੈ, ਘਰ ਵੱਖਰੇ ਵੱਖਰੇ ਨੇ। ਜਿੱਥੇ ਜਿਸ ਘਰ ਵਿੱਚ, ਜਿਸ ਰੂਮ ਵਿੱਚ ਦੀਵਾ ਰੱਖੋਗੇ, ਚਾਨਣਾ ਉੱਥੇ ਹੀ ਹੋਣਾ ਹੈ। ਸਰੀਰ ਵੱਖਰੇ ਨੇ, ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ, ਜੋਤ ਇੱਕ ਹੀ ਹੈ, ਚਾਨਣਾ ਕਰਦੀ ਪਈ ਹੈ, ਪ੍ਰਕਾਸ਼ ਦੇ ਰਹੀ ਹੈ। ਜਦੋਂ ਇਹ ਕੋੜੀ ਤੜਫ ਰਿਹਾ ਹੈ, ਉਸ ਨਗਰ ਦੀ ਪਾਲ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਨੇ, ਬਹਾਨੇ ਨਾਲ ਜਾਂਦੇ ਨੇ ਨਗਰ ਵਿੱਚ। ਉੱਥੇ ਵੀ ਹੁਣ ਵੀ ਉਸੇ ਤਰ੍ਹਾਂ ਦੇ ਲੋਕ ਹੈ ਨੇ, ਤੇ ਨੌਜਵਾਨ ਚਰਾਏ ਤੇ ਖੜੇ ਨੇ। ਤੇ ਪਾਤਸ਼ਾਹ ਕਹਿਣ ਲੱਗੇ ਵੀ ਰਾਤ ਪੈ ਗਈ, ਅਸੀਂ ਇਸ ਨਗਰ ਵਿੱਚ ਰਹਿਣਾ ਹੈ। ਕਹਿੰਦੇ ਨੇ ਇੱਥੇ ਤੇ ਰਹਿਣ ਨੂੰ ਥਾਂ ਨਹੀਂ, ਪਰ ਉਧਰ ਸਰਾਂ ਹੈ, ਇਸ਼ਾਰਾ ਕਰ ਦਿੱਤਾ ਜਿੱਧਰ ਕੋੜੀ ਤੜਫ ਰਿਹਾ ਸੀ, ਉਧਰ ਸਰਾਂ ਬਣੀ ਹੈ। ਮਜ਼ਾਕ ਨਾਲ ਠੱਠਾ ਮਖੌਲ ਕਰ ਦਿੱਤਾ, ਉਧਰ ਸਰਾਂ ਹੈ। ਉਸ ਪਾਸੇ ਗੁਰੂ ਜੀ ਆਏ ਤਾਰਨ ਉਹਨੂੰ ਸਣ, ਜਿਸ ਪਾਸੇ ਝੁੱਗੀ ਸੀ ਕੋੜੀ ਦੀ, ਉਧਰ ਕਿਹਾ ਉਧਰ ਸਰਾਂ ਹੈ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆਂ, ਚੱਲ ਫਿਰ ਸਰਾਂ 'ਚ। ਲੋਕੀ ਇਹ ਸਾਰਾ ਸੰਸਾਰ ਹੀ ਇੱਕ ਸਰਾਂ ਹੈ, ਰਾਤ ਰਹਿਣਾ ਤੇ ਸਵੇਰੇ ਤੁਰ ਜਾਣਾ ਹੈ, ਆਪਾਂ ਚੱਲ ਸਰਾਂ ਵਿੱਚ ਠਹਿਰਦੇ ਹਾਂ। ਤੇ ਸਰਾਂ ਵੇਖੀ ਕਿ ਇੱਕ ਝੁੱਗੀ ਹੈ, ਝੁੱਗੀ ਦੇ ਵਿੱਚ ਇੱਕ ਮਨੁੱਖ ਵਿਲਕ ਰਿਹਾ ਹੈ, ਤੜਫ ਰਿਹਾ, ਅੱਗੇ ਖਿੜਕਾ ਜਿਹਾ ਲੱਗਾ ਹੋਇਆ ਹੈ, ਤੇ ਠੂਠਾ ਬਾਹਰ ਪਿਆ ਹੋਇਆ ਹੈ। ਕਿਸੇ ਨੂੰ ਤਰਸ ਆਉਂਦਾ ਹੈ ਤੇ ਖਾਣਾ ਪਾ ਜਾਂਦਾ ਹੈ, ਤੇ ਉਹ ਚੁੱਕ ਕੇ ਫਿਰ ਅੰਦਰ ਲਿਜਾ ਕੇ ਖਾ ਲੈਂਦਾ। ਸਾਰਾ ਦਿਨ ਮਿਲਕਦਾ ਰਹਿੰਦਾ, ਜਿਹੜਾ ਆਵੇ ਕੋਈ ਰੱਖ ਗਿਆ ਤੇ ਬਾਹਰ ਹੀ ਰੱਖ ਜਾਂਦੇ ਨੇ, ਤੇ ਚੁੱਕ ਕੇ ਖਾ ਲੈਂਦਾ। ਇਹੋ ਜਿਹੀ ਪਸ਼ੂ ਵਾਲੀ ਹਾਲਤ ਬਣੀ ਹੋਈ ਹੈ। ਮੇਰੇ ਪਾਤਸ਼ਾਹ ਨੂੰ ਤਰਸ ਆ ਗਿਆ, ਤੇ ਜਦੋਂ ਤਰਸ ਆਇਆ ਨਾ, ਉਸ ਪਾਸ ਗਏ ਤੇ ਸਤਿਗੁਰੂ ਨੇ ਆਵਾਜ਼ ਦਿੱਤੀ ਵੀ ਬੂਹਾ ਖੋਲ, ਦਰਵਾਜ਼ਾ ਖੋਲ, ਆਪਣਾ ਇਹ ਖਿੜਕਾ ਹਟਾ। ਕਹਿਣ ਲੱਗਾ ਤੁਸੀਂ ਕੌਣ ਹੋ? ਮੇਰੇ ਕੋਲ ਤੇ ਪਸ਼ੂ ਵੀ ਨਹੀਂ ਆਉਂਦਾ, ਮਨੁੱਖ ਦਾ ਤੇ ਕੰਮ ਹੀ ਨਹੀਂ। ਮੈਂ ਬਹੁਤ ਰੋਗ ਨਾਲ ਗਲਤਾਨ ਹਾਂ, ਮੈਂ ਰੋਗ ਨਾਲ ਭਰਿਆ ਹਾਂ, ਮੇਰੇ ਸਰੀਰ ਵਿੱਚੋਂ ਬੂ ਆ ਰਹੀ ਹੈ, ਛੂਤ ਦਾ ਰੋਗ ਲੱਗਾ ਹੋਇਆ ਹੈ। ਜੇ ਕੋਈ ਮਨੁੱਖ ਹੈ ਤਾਂ ਜੇ ਕੋਈ ਖਾਣ ਨੂੰ ਲੈ ਕੇ ਆਇਆ ਤੇ ਬਾਹਰ ਰੱਖ ਦੇ ਤੇ ਚਲੇ ਜਾ, ਮੈਂ ਚੁੱਕ ਲਾਂਗਾ ਤੇ ਮੁੜ ਕੇ ਖਾ ਲਾਂਗਾ। ਮੇਰੇ ਪਾਤਸ਼ਾਹ ਕਹਿਣ ਲੱਗੇ ਅਸੀਂ ਤੈਨੂੰ ਮਿਲਣ ਲਈ ਆਏ ਆ। ਤੇ ਕਹਿੰਦੇ ਅੱਜ ਤੱਕ ਮੈਨੂੰ ਤੇ ਕੋਈ ਮਿਲਣ ਲਈ ਆਇਆ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ ਬੂਹਾ ਖੋਲ। ਜਦੋਂ ਨਾ ਹੋਇਆ, ਵਾਰ-ਵਾਰ ਕਿਹਾ ਗਿਆ, ਤੇ ਉਸਨੇ ਮਾੜਾ ਜਿਹਾ ਖਿੜਕਾ ਹਟਾਇਆ। ਪਾਤਸ਼ਾਹ ਅੱਗੇ ਗਏ ਤੇ ਗਲ ਵਕੜੀ ਨਾਲ ਵਿੱਚ ਲੈ ਲਿਆ। ਪ੍ਰਭ ਤੁਮਰੀ ਕਰਹਿ ਹਮ ਆਸ
ਜਿਹੜਾ ਇਹ ਕਹਿ ਰਿਹਾ ਸੀ ਕਬ ਗੱਲ ਲਾਵੇਂਗੇ, ਮਦਾਤਿਆ ਮੈਂ ਤੇਰੀ ਆਸ ਬਣਾ ਕੇ ਬੈਠਾ, ਮੈਨੂੰ ਕਦੋਂ ਆ ਕੇ ਗਲ ਨਾਲ ਲਾਵੇਂਗਾ। ਤੇ ਵਾਕਿਆ ਹੀ ਗੁਰੂ ਗਿਆ ਤੇ ਗੁਰੂ ਨੇ ਗਲ ਨਾਲ ਲਾ ਗਿਆ ਤੇ ਭੁੱਬਾਂ ਮਾਰ ਕੇ ਰੋਣ ਲੱਗ ਪਿਆ, ਮੇਰੇ ਤੇ ਕੋਲ ਨਹੀਂ ਆਉਂਦਾ, ਮੈਨੂੰ ਤੇ ਹੱਥ ਨਹੀਂ ਲਾਉਂਦਾ, ਤੂੰ ਕੌਣ ਹੈ ਜਿਨੇ ਮੈਨੂੰ ਆਪਣੇ ਗਲ ਨਾਲ ਹਿਲਾ ਲਿਆ। ਤੇ ਸਤਿਗੁਰੂ ਜੀ ਉਸ ਦੇ ਰੋਗ ਨੂੰ ਦੂਰ ਕਿਵੇਂ ਕਰਦੇ ਨੇ। ਭਾਈ ਮਰਦਾਨੇ ਨੂੰ ਕਹਿੰਦੇ ਆ, ਮਰਦਾਨਿਆਂ ਬਾਣੀ ਆਈਓ, ਤਰਬਾਂ ਰਬਾਬ ਦੀਆਂ ਛੇੜ, ਇਹਦਾ ਰੋਗ ਦੂਰ ਹੋ ਜਾਵੇ। ਤੇ ਪਾਤਸ਼ਾਹ ਬਾਣੀ ਗਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਭਾਈ ਮਰਦਾਨਾ ਰਬਾਬ ਦੀਆਂ ਤਰਬਾਂ ਛੇੜਦਾ ਹੈ, ਜੈ ਧੰਨ। ਹੁਣ ਇਸ਼ਾਰਾ ਕਿੱਧਰ ਦਿੱਤਾ ਭਾਈ ਮਰਦਾਨਿਆਂ, ਜਿਵੇਂ ਇਹ ਵਿਲ ਕਰਿਆ ਹੈ, ਕੁਲ ਕਰਿਆ ਹੈ, ਜੈ ਤਨ, ਜਿਸ ਦੇ ਸਰੀਰ ਵਿੱਚੋਂ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਨਿਕਲ ਜਾਂਦੀ ਹੈ ਨਾ, ਜਿਹੜਾ ਸਿੱਖਿਆ ਤੋਂ ਵਾਂਝਾ ਹੋ ਜਾਂਦਾ ਏ, ਉਹ ਭਾਈ ਮਰਦਾਨੇ ਨੂੰ ਇਸ਼ਾਰਾ ਦੇ ਰਹੇ ਨੇ। ਐਵੇਂ ਵਿਲਕਦਾ ਹੀ ਭਾਈ ਮਰਦਾਨੇ ਆ ਜਿਵੇਂ ਵਿਲਕ ਰਿਹਾ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਕਿਆ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਵਿਣ ਬੋਲੇ, ਬਹੁਤਾ ਬੋਲਣ ਝੱਖਣ ਹੋਏ ਤੋਂ ਭਾਵ ਹੈ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਦੁੱਖ ਸਹੇੜਦਾ ਹੈ, ਰੱਬ ਕਿਸੇ ਨੂੰ ਦੁੱਖ ਨਹੀਂ ਦਿੰਦਾ। ਆ ਜਿਹੜਾ ਵਾਇਰਸ ਚੱਲ ਰਿਹਾ ਏ, ਰੱਬ ਨਹੀਂ ਦਿੰਦਾ ਦੁੱਖ। ਮਾਂ ਪਿਓ ਆਪਣਾ ਬੱਚੇ ਨੂੰ ਭਾਵੇਂ ਕਿੰਨਾ ਵੀ ਉਹ ਨਲਾਇਕ ਕਿਉਂ ਨਾ ਹੋਵੇ, ਉਹਨੂੰ ਦੁਖੀ ਨਹੀਂ ਵੇਖਣਾ ਚਾਹੁੰਦਾ, ਸੁਖੀ ਵੇਖਣਾ ਚਾਹੁੰਦਾ ਹੈ। ਪਰ ਜੇ ਕੋਈ ਕੋਠੇ ਤੋਂ ਚੜ੍ਹ ਕੇ ਛਾਲ ਮਾਰਦੇ ਤੇ ਫਿਰ ਕੀ ਕਰੇ ਮਾਂ ਪਿਓ, ਕੀ ਕਰੇ। ਜੇ ਅਸੀਂ ਇਹ ਆਪਣੇ ਆਪ ਹੀ ਰੋਗ ਸਹੇੜ ਰਹੇ ਹਾਂ, ਆਪਣੇ ਆਪ ਹੀ ਵਾਇਰਸ ਤਿਆਰ ਕਰ ਰਹੇ ਹਾਂ, ਐਕਸਪੈਰੀਮੈਂਟ ਕਰ ਰਹੇ ਹਾਂ, ਤੇ ਰੱਬ ਕੀ ਕਰੇ। ਉਹ ਤੇ ਨਹੀਂ ਰੋਗ ਦਿੰਦਾ, ਤੇ ਰੋਗ ਆਪਣੇ ਆਪ बढ़ाए ਜਾ ਰਹੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਸੋਏ ਤੋਂ ਭਾਵ ਹੈ ਰੱਬ ਜਿਹੜਾ ਹੈ ਨਾ, ਬਿਨਾਂ ਬੋਲਣ ਤੋਂ ਸਾਡੇ ਅੰਦਰ ਦੀ ਹਾਲਤ ਨੂੰ ਜਾਣਦਾ ਹੈ। ਪਰ ਅਸੀਂ ਆਪਣੇ ਕੀਤੇ ਹੋਏ ਕਰਮਾਂ ਤੋਂ ਅਨਸਹਾੜੇ ਹੋਏ ਦੁੱਖ ਤੇ ਜਾ ਕੇ ਅਸੀਂ ਥਰਡ ਬੰਦੇ ਦੇ ਕੋਲ ਜਾ ਕੇ ਅਸੀਂ ਦੋਸ਼ ਲਾਉਂਦੇ ਹਾਂ ਰੱਬ ਦਾ, ਵੀ ਰੱਬ ਨੇ ਵੇਖ ਮੈਨੂੰ ਆਹ ਰੋਗ ਲਾ ਦਿੱਤਾ। ਅਸੀਂ ਇਹੋ ਹੀ ਕਹਿੰਦੇ ਹਾਂ, ਰੱਬ ਨੇ ਮੇਰੇ ਤੇ ਤਰਸ ਨਹੀਂ ਕੀਤਾ, ਰੱਬ ਨੇ ਮੈਨੂੰ ਆਹ ਰੋਗ ਲਾਇਆ। ਉਹ ਤਾਂ ਕਹਿੰਦੇ ਰੱਬ ਨੂੰ ਆਨਾ ਜੀ, ਨਾ ਰੱਬ ਨਹੀਂ, ਰੱਬ ਤੇ ਰੋਗ ਹਟਾਉਂਦਾ ਹੈ, ਉਹ ਤੇ ਦੁੱਖਾਂ ਦਾ ਦਾਰੂ ਹੈ, ਦੁੱਖ ਦਾਰੂ। ਸੁਖ ਰੋਗ, ਇਸ ਕਰਕੇ ਸੁਖ ਰੋਗ ਹੈ ਜਦੋਂ ਮਨੁੱਖ ਰੱਬ ਨੂੰ ਭੁਲਾ ਦਿੰਦਾ, ਸੁਖ ਰੋਗ ਵਿੱਚ ਤਬਦੀਲ ਹੋ ਜਾਂਦਾ। ਦੁੱਖ ਦਾਰੂ ਇਸ ਕਰਕੇ ਹੈ ਜਦੋਂ ਮਨੁੱਖ ਨੂੰ ਰਤਕ ਦੁੱਖ ਲੱਗਦਾ ਹੈ, ਉਹ ਗੁਰਦੁਆਰੇ ਭੱਜ ਕੇ ਆਉਂਦਾ, ਅਰਦਾਸ ਕਰਾਉਂਦਾ, ਗੁਰੂ ਅੱਗੇ ਤਰਲੇ ਲੈਂਦਾ, ਦਾਤਿਆ ਮੇਰੇ ਤੋਂ ਹੋਈ ਭੁੱਲ, ਬਖਸ਼ਾ ਬਖਸ਼, ਮੈਂ ਤਾਂ ਗੁਨਾਹਗਾਰ ਹਾਂ, ਮੇਰੇ ਤੋਂ ਭੁੱਲ ਹੋ ਗਈ, ਤੇ ਦੁੱਖ ਦਾਰੂ ਬਣ ਗਿਆ। ਤੇ ਸੁੱਖ ਉਸ ਸਮੇਂ ਮਨੁੱਖ ਦਾ ਰੋਗ ਬਣਦਾ ਹੈ ਜਦੋਂ ਰੱਬ ਮਨੁੱਖ ਨੂੰ ਸੁੱਖ ਦੇ ਦੇਵੇ, ਤੇ ਰੱਬ ਨੂੰ ਭੁਲਾ ਕੇ ਮਨੁੱਖ ਸੁੱਖਾਂ ਦੇ ਵਿੱਚ ਗਲਤਾਨ ਹੋ ਕੇ ਤੇ ਮਾੜੇ ਆਚਰਣ ਵਾਲਾ ਬਣ ਜਾਏ, ਕਰੈਕਟਰ ਲੈਸ ਹੋ ਜਾਵੇ, ਤੇ ਨਸ਼ਿਆਂ ਦੇ ਵਿਸ਼ਿਆਂ ਦੇ ਵਿਕਾਰਾਂ ਵਿੱਚ ਦਿਨੇ ਰਾਤ ਡੁੱਬਿਆ ਰਵੇ। ਉਹ ਜਿਹੜੇ ਸੁੱਖ ਨੇ ਮਨੁੱਖ ਨੂੰ ਫਿਰ ਦੁੱਖ ਦੇ ਵਿੱਚ ਲੈ ਜਾਂਦੇ, ਉਹ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਤੇ ਦੁੱਖ ਹੀ ਮਨੁੱਖ ਨੂੰ ਇਹ ਕਲਯੁਗ ਹੈ, ਹੋਰ ਕੁਝ ਨਹੀਂ ਹੈ। ਕਲਯੁਗ ਨੇ ਕੁਦਰੇ ਆ ਕੇ ਡਿੱਗਣਾ ਨਹੀਂ ਹੈ। ਮਨੁੱਖ ਜਦੋਂ ਤੜਫ ਰਿਹਾ ਹੈ, ਇਹੋ ਹੀ ਮਨੁੱਖ ਦੇ ਵਾਸਤੇ ਕਲਯੁਗ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬਸੈ ਸੰਤ ਜਿਸ ਹਿਰਦੈ ਦੁੱਖ ਦਾਰਿਦਰ ਨਿਵਾਰਣ। ਐ ਮਨੁੱਖ ਤੇਰੇ ਦੁੱਖ ਅਧਿਆਤਮਕ ਤਨ ਦਾ ਦੁੱਖ, ਮਨ ਕਰਕੇ ਤੜਫ ਰਿਹਾ ਇਹ ਦੁੱਖ। ਤੇ ਅਗਲਾ ਦੁੱਖ ਕਿਆ, ਆਦ ਭੌਤਿਕ। ਆਦ ਭੌਤਿਕ ਹੁੰਦਾ ਹੈ ਵੈਰੀ ਦਾ ਦੁੱਖ, ਪਸ਼ੂ ਦਾ ਦੁੱਖ। ਪਕਸ਼ੀ ਕੋਈ ਵੀ ਆ ਕੇ, ਕਈ ਵਾਰੀ ਪਸ਼ੂ ਜਿਹੜਾ ਮਾਰਨ ਵਾਲਾ ਹੁੰਦਾ ਹੈ, ਭਿਆਨਕ ਜਾਨਵਰ ਹੁੰਦੇ ਨੇ, ਮਾਸ ਖਾਣ ਵਾਲੇ ਬੰਦੇ ਨੂੰ ਮਾਰ ਦਿੰਦੇ ਨੇ। ਵੈਰੀ ਆ ਕੇ, ਹਮਲਾਵਰ ਆ ਕੇ ਹਮਲਾ ਕਰਦਾ ਹੈ। ਜਦੋਂ ਬੰਦਾ ਐਵੇਂ ਹੀ ਬਹਿ ਰਵੇ ਤੇ ਹਮਲਾਵਰ ਆ ਕੇ ਹਮਲਾ ਕਰਦਾ ਹੈ ਤੇ ਮਨੁੱਖ ਨੂੰ ਖਾ ਜਾਂਦਾ ਹੈ। ਉਹਨੂੰ ਵਾੜ ਕਰਨੀ ਚਾਹੀਦੀ ਹੈ। ਹਮਲਾਵਰ ਇਹ ਨਹੀਂ, ਹੁਣ ਬਾਹਰ ਦੇ ਵੈਰੀ ਦੀ ਨੀਰੀ ਦੀ ਮੈਂ ਗੱਲ ਨਹੀਂ ਕਰਾਂਗਾ। ਬਾਹਰ ਦਾ ਵੈਰੀ ਵੀ ਜਦੋਂ ਹਮਲਾਵਰ ਹਮਲਾ ਕਰਦਾ ਹੈ, ਮਨੁੱਖ ਨੂੰ ਐਨ ਦਲ ਜਾਂਦਾ ਹੈ। ਆਉਂਦੇ ਰਹੇ ਨੇ ਹਿੰਦੁਸਤਾਨ ਦੇ ਉੱਤੇ ਹਮਲਾਵਰ ਹਮਲਾ ਕਰਨ ਵਾਸਤੇ,
ਉਹਨਾਂ ਦੇ ਪਾਸੇ ਮੈਂ ਨਹੀਂ ਜਾਂਦਾ। ਹਮਲਾਵਰ ਆ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ। ਇਹ ਮਨੁੱਖ ਨੂੰ ਦਿਨੇ ਰਾਤ ਖਾਂਦੇ ਰਹਿੰਦੇ ਨੇ, ਦਿਨੇ ਰਾਤ ਅਟੈਕ ਕਰਦੇ ਨੇ ਮਨੁੱਖ ਦੇ ਉੱਤੇ, ਹਮਲਾਵਰ ਬਣ ਕੇ ਹਮਲਾ ਕਰਦੇ ਨੇ। ਪਰ ਜੇ ਕਿਤੇ ਗੁਰੂ ਸ਼ਬਦ ਦੀ ਵਾੜ ਹੋਵੇ ਇਹਨਾਂ ਦੀ ਫਿਰ ਵਸ ਨਹੀਂ ਚੱਲਦੀ। ਜੇ ਕਿਤੇ ਗੁਰੂ ਸ਼ਬਦ ਹਿਰਦੇ ਦੇ ਵਿੱਚ ਵਸ ਰਿਹਾ ਹੋਵੇ ਇਹ ਹਮਲਾਵਰ ਹਮਲਾ ਤੇ ਕਰਨਗੇ, ਅਟੈਕ ਤੇ ਕਰਨਗੇ, ਪਰ ਇਹਨਾਂ ਦੀ ਵਸ ਨਹੀਂ ਚੱਲ ਸਕਦੀ। ਇਹ ਕਰਦੇ ਤੇ ਸਾਰਿਆਂ ਤੇ ਹੀ ਨਹੀਂ ਅਟੈਕ। ਵੱਡੇ ਵੱਡੇ ਰਿਸ਼ੀ ਮੁਨੀ ਵੀ ਡੋਲ ਜਾਂਦੇ ਨੇ, ਪਰ ਜਿਹੜਾ ਗੁਰੂ ਸ਼ਬਦ ਦੇ ਵਿੱਚ ਜੁੜ ਗਿਆ ਹੈ ਉਹਨਾਂ ਦੇ ਉੱਤੇ ਇਹਨਾਂ ਦਾ ਕੋਈ ਜਿਹੜਾ ਕੀਤਾ ਹੋਇਆ ਅਟੈਕ ਅਸਫਲ ਹੋ ਜਾਂਦਾ, ਸਫਲ ਨਹੀਂ ਹੁੰਦਾ। ਤੇ ਆਦ ਦੈਵਿਕ ਜਿਹੜੇ ਰੋਗ ਨੇ ਜਿਹਨੂੰ ਅਸੀਂ ਕਹਿੰਦੇ ਆ ਪ੍ਰਾਕਿਰਤੀ ਦੇ ਰੋਗ, ਪ੍ਰਾਕਿਰਤੀ ਵੱਲੋਂ ਅਣਚਾਣਚੱਕ ਆਕਾਸ਼ ਵਿੱਚੋਂ ਬਿਜਲੀ ਡਿੱਗ ਪੈਣੀ। ਆ ਵੇਖਿਆ ਨਾ ਹੁਣੇ ਪਿੱਛੇ ਜੇ ਆਪਾਂ ਖਬਰ ਸੁਣੀ ਸੀ ਕੈਲਗਰੀ ਪਤਾ ਨਹੀਂ ਕਿੱਥੇ ਵੀ ਮੀਂਹ ਪਿਆ ਹੈ ਤੇ ਮੋਟੇ ਮੋਟੇ ਗੜੇ ਡਿੱਗੇ ਨੇ ਪੱਥਰਾਂ ਵਰਗੇ ਤੇ ਉਹਨਾਂ ਨੇ ਛੱਤਾਂ ਹੀ ਉਡਾ ਦਿੱਤੀਆਂ। ਗੱਡੀ ਖੜੀ ਹੋਈ ਹੈ ਤੇ ਸ਼ੀਸ਼ੇ ਹੀ ਤੋੜ ਦਿੱਤੇ, ਬਿਜਲੀ ਡਿੱਗੀ ਤੇ ਜਗ੍ਹਾ ਸਾੜ ਦਿੱਤੀ, ਬਰਫ਼ ਦੇ ਤੋਂ ਪੀਸ ਟੁਕੜੇ ਡਿੱਗੇ ਤੇ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ, ਛੱਤਾਂ ਉਡਾ ਦਿੱਤੀਆਂ। ਇਹ ਪ੍ਰਾਕਿਰਤਿਕ ਹੈ। ਪ੍ਰਾਕਿਰਤਿਕ ਬਿਜਲੀ ਡਿੱਗਣੀ ਜਾਂ ਐਵੇਂ ਜੇ ਕੋਈ ਵਾਇਰਸ ਆ ਜਾਣਾ, ਪ੍ਰਾਕਿਰਤਿਕ ਦੁੱਖ ਤੇ ਭੱਟ ਕਾਲਸ ਭੱਟ ਮਥਰਾ ਜੀ ਕਹਿੰਦੇ ਨੇ ਆ ਦੁਨੀਆ ਦੇ ਲੋਕੋ ਇਹ ਸਾਰੇ ਦੇ ਸਾਰੇ ਦੁੱਖ ਗੁਰੂ ਅਰਜਨ ਸਾਹਿਬ ਦੂਰ ਕਰਨ ਵਾਲਾ ਜੀ। ਸਾਰੇ ਦੇ ਸਾਰੇ ਦੁੱਖ ਇਹ ਜਿਹੜੇ ਆਦ ਵਿਆਦ ਤੇ ਉਪਾਦ ਦੁੱਖ ਮਨੁੱਖ ਤੈਨੂੰ ਲੱਗੇ ਨੇ ਨਾ, ਜੇ ਤੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਲੜ ਫੜ ਲਵੇਂ ਤੇ ਉਹ ਆਪ ਤੱਤੀ ਤਵੀ ਤੇ ਬਹਿ ਕੇ ਤੇਰੇ ਦੁੱਖ ਦੂਰ ਕਰਦਾ ਏ। ਉਹ ਆਪ ਦੁੱਖ ਸਹਾਰ ਕੇ ਤੁਹਾਡੇ ਦੁੱਖ ਦੂਰ ਕਰਦਾ ਹੈ। ਇਹ ਕੇਵਲ ਤੇ ਕੇਵਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ। ਭੱਟ ਜੀ ਕਹਿੰਦੇ ਨੇ ਬਸੈ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ, ਨਿਰਮਲ ਭੇਖ ਆਪਾਰ, ਤਾਸ ਬਿਨ ਅਵਰ ਨ ਕੋਈ। ਤਾਸ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ, ਜਿਨ੍ਹਾਂ ਦਾ ਰੂਪ ਨਿਰਮਲ ਹੈ, ਪਵਿੱਤਰ ਹੈ, ਜਿਹੜੇ ਅੰਦਰੋਂ ਤੇ ਬਾਹਰੋਂ ਇੱਕ ਨੇ। ਜੋ ਸੁਖਮਨੀ ਸਾਹਿਬ ਵਿੱਚ ਜੋ ਆਪ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਜਿਹਦਾ ਮਨ ਤੇ ਮੁਖ, ਕਈ ਵਾਰੀ ਸਾਡੇ ਮੁਖ ਵਿੱਚ ਕੁਝ ਹੋਰ ਹੁੰਦਾ ਹੈ, ਮਨ ਵਿੱਚ ਕੁਝ ਹੋਰ ਹੁੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ। ਪੇਖਾ ਮੀਨਸ ਵੇਖਣਾ। ਏਕ ਸਬਿਨ ਕੋਏ, ਇੱਕ ਤੋਂ ਭਾਵ ਹੈ ਇੱਕ ਪਰਮਾਤਮਾ, ਉਹਦੇ ਤੋਂ ਇਲਾਵਾ ਹੋਰ ਕਿਸੇ ਦਾ ਸਹਾਰਾ ਨਾ ਲਏ, ਹੋਰ ਕਿਸੇ ਵੱਲ ਨਾ ਤੱਕੇ। ਇੱਕ ਕੇਵਲ ਤੇ ਕੇਵਲ ਇੱਕ ਰੱਬ ਜਿਹੜਾ ਪਰਮਾਤਮਾ ਸਾਰਿਆਂ ਨੂੰ ਬਣਾਉਣ ਵਾਲਾ ਹੈ, ਸਾਰੀ ਸ੍ਰਿਸ਼ਟੀ ਨੂੰ ਸੰਚਾਲਕ ਹੈ, ਸਭ ਨੂੰ ਚਲਾਉਣ ਵਾਲਾ ਹੈ, ਸਾਰਿਆਂ ਦਾ ਦਾਤਾ ਹੈ, ਇੱਕ ਉਹ ਹੀ ਹੈ। ਮਨ ਸਾਚਾ ਮਨ ਵਿੱਚ ਹੈ, ਉਹ ਮੁੱਖ ਵਿੱਚ ਹੋਵੇ, ਜੋ ਮੁੱਖ ਵਿੱਚ ਹੈ ਉਹ ਮਨ ਵਿੱਚ ਹੋਵੇ। ਹੁਣ ਮਨ ਵਿੱਚ ਸਾਡੇ ਕੁਝ ਹੋਰ ਚੱਲਦਾ ਹੈ ਤੇ ਮੁੱਖ ਵਿੱਚ ਹੋਰ ਚੱਲਦਾ ਹੈ। ਜਿੰਨੇ ਵੀ ਆਪਾਂ ਬੈਠੇ ਹਾਂ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਜੋ ਸਾਡੇ ਮਨ ਵਿੱਚ ਹੈ ਉਹ ਮੁੱਖ ਵਿੱਚ ਹੁੰਦਾ ਹੈ? ਨਹੀਂ। ਜੋ ਮੁੱਖ ਵਿੱਚ ਹੈ ਉਹ ਮਨ ਵਿੱਚ ਹੁੰਦਾ ਹੈ? ਨਹੀਂ। ਮਨ ਵਿੱਚ ਕੁਝ ਹੋਰ ਚੱਲਦਾ ਹੈ ਤੇ ਮੁੱਖੋਂ ਅਸੀਂ ਬੜੀਆਂ ਤਾਰੀਫਾਂ ਦੇ ਪੁਲ ਬੰਨੀ ਜਾਂਦੇ ਹਾਂ ਕਿਸੇ ਦੇ, ਮਨ ਵਿੱਚ ਹੋਰ ਚੱਲਦਾ ਹੈ ਵੀ ਹਾਂ ਇਹਦੀ ਤਾਰੀਫ ਤੇ ਕਰਨੀ ਪੈ ਰਹੀ ਹੈ ਤਾਂ ਇਸ ਯੋਗ ਨਹੀਂ ਹੈ, ਹੈ ਇਸ ਲਾਇਕ ਨਹੀਂ ਹੈ, ਪਰ ਮੈਨੂੰ ਹੀ ਮਜਬੂਰੀ ਹੈ, ਮੇਰਾ ਬੌਸ ਹੈ, ਇਹਦੀ ਤਾਰੀਫ ਮੈਨੂੰ ਕਰਨੀ ਪੈ ਰਹੀ ਹੈ, ਮੂੰਹ ਤੇ ਕਹਿਣਾ ਪੈ ਰਿਹਾ ਹੈ ਇਸ ਯੋਗ ਨਹੀਂ ਹੈ। ਮਨ ਵਿੱਚ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕ ਸਬਿਨ ਕੋਏ। ਨਾਨਕ ਇਹ ਲੱਛਣ ਕਈ ਵਾਰੀ ਕਹਿੰਦੇ ਨੇ ਫਲਾਣੇ ਦੇ ਲੱਛਣ ਬੜੇ ਮਾੜੇ ਨੇ, ਤੇ ਇੱਥੇ ਕਿਹਾ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਜਿਹੜੇ ਲੱਛਣ ਨੇ ਬ੍ਰਹਮ ਗਿਆਨੀ ਦੇ ਨੇ, ਇਹ ਬ੍ਰਹਮ ਗਿਆਨੀ ਦੇ ਹਾਵ ਭਾਵ ਨੇ, ਉਹਦੇ ਵਿੱਚੋਂ ਝਲਕਦਾ ਹੈ। ਜੋ ਮਨ ਵਿੱਚ ਹੈ ਮੁੱਖ ਵਿੱਚ ਹੈ, ਜੋ ਮੁੱਖ ਵਿੱਚ ਹੈ ਉਹ ਮਨ ਵਿੱਚ ਹੈ। ਤੇ ਤਾਸ ਬਿਨ ਅਵਰ ਨਾ ਕੋਈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਥਾਏ ਭੱਟ ਜੀ ਕਹਿੰਦੇ ਨੇ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਨਿਰਮਲ ਪਵਿੱਤਰ। ਜੋ ਮਨ ਵਿੱਚ ਹੈ ਉਹ ਮੁੱਖ ਵਿੱਚ ਹੋਵੇ, ਜੋ ਮੁੱਖ ਵਿੱਚ ਹੈ ਉਹ ਮਨ ਵਿੱਚ ਹੋਵੇ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਕੈਟਾਗਰੀ ਦੇ ਮਾਲਕ ਤੇ ਤੁਸੀਂ ਹੋ।
ਇਹ ਤਾਂ ਤੁਸੀਂ ਹੋ ਜੋ ਮਨ ਵਿੱਚ ਹੈ ਉਹ ਮੁੱਖ ਵਿੱਚ, ਜੋ ਮੁੱਖ ਵਿੱਚ ਹੈ ਉਹ ਮਨ ਵਿੱਚ ਹੈ। ਇਹ ਤਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪ ਹੀ ਹੋ ਸਕਦੇ ਹੋ। ਮਨ ਬਚ ਜਿਨ ਜਾਣਿਓ। ਫਿਰ ਅਗਲੀਆਂ ਤੁਕਾਂ ਵਿੱਚ ਭੱਟ ਜੀ ਕਹਿੰਦੇ ਨੇ, ਮਨ ਬਚ ਜਿਨ ਜਾਣਿਓ, ਜਿਸ ਨੇ ਮਨ ਕਰਕੇ ਤੇ ਬਚਨ ਕਰਕੇ। ਅਸੀਂ ਅਰਦਾਸ ਵਿੱਚ ਜਦੋਂ ਸ਼ਬਦਾਵਲੀ ਵਰਤਦੇ ਆ ਨਾ, ਵਾਹਿਗੁਰੂ 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 ਚਿੱਤ ਆਵੇ। ਭਾਈ ਸਾਹਿਬ ਅਰਦਾਸ ਕਰਦੇ ਨੇ ਨਾ ਗ੍ਰੰਥੀ ਸਿੰਘ, ਤੇ ਜਦੋਂ ਅਰਦਾਸ ਵਿੱਚ ਕਹਿੰਦੇ ਨੇ ਵਾਹਿਗੁਰੂ 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 ਚਿੱਤ ਆਵੇ, 3 ਵਾਰੀ ਆਖਿਆ। ਇੱਥੇ ਇੱਕ ਵਾਰੀ ਵੀ ਆਖਿਆ ਕੰਮ ਚੱਲ ਸਕਦਾ ਸੀ, ਪਰ 3 ਵਾਰੀ ਕਹਿਣ ਦਾ ਮਤਲਬ ਕੀ ਹੈ? ਜਦੋਂ ਅਸੀਂ ਅਰਦਾਸ ਕਰਦੇ ਹੁੰਦੇ ਹਾਂ, ਅਰਦਾਸ ਕਰਨ ਵਾਲੇ ਦਾ ਜਾਂ ਅਰਦਾਸ ਸੁਣਨ ਵਾਲੇ ਦਾ ਧਿਆਨ ਹੋਰ ਪਾਸੇ ਗਿਆ ਹੁੰਦਾ ਹੈ। ਖਲੋਤੇ ਗੁਰਦੁਆਰੇ ਹੁੰਦੇ ਆ, ਖਿਆਲ ਹੋਰ ਪਾਸੇ ਗਿਆ ਹੁੰਦਾ, ਮਨ ਹੋਰ ਪਾਸੇ ਗਿਆ ਹੁੰਦਾ ਹੈ। ਪਹਿਲਾਂ ਤੇ ਉਸ ਸਮੇਂ ਇਹ ਅਰਦਾਸ ਵਿੱਚ ਕਿਹਾ ਗਿਆ ਮਨ ਕਰਕੇ, ਮਨ ਕਰਕੇ ਤੂੰ ਗੁਰੂ ਨਾਲ ਜੁੜਿਆ ਹੋਵੇ। ਮਨ ਬਚ ਬਚਨ। ਕਈ ਜਿਹੜੇ ਸਾਡੇ ਬਜ਼ੁਰਗ ਨੇ, ਜਦੋਂ ਹੁਣ ਵੀ ਪੁੱਛੀਏ ਵੀ ਹਾਂ ਵੀ ਕਿਵੇਂ ਹੈ, ਤੇ ਕਹਿੰਦੇ ਨੇ ਰੱਬ ਨੇ ਰੰਗ ਲਾਏ ਹੋਏ ਨੇ, ਪਰਮਾਤਮਾ ਦੀ ਬੜੀ ਮਿਹਰ ਹੈ, ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ। ਉਹ ਵਾਹਿਗੁਰੂ ਸ਼ਬਦ ਹਰ ਸਮੇਂ ਨਾਲ ਰੱਖਣਗੇ ਕਿ ਉਹਨਾਂ ਦਾ ਤਕੀਆ ਕਲਾਮ ਬਣ ਗਿਆ ਕਿ ਵਾਹਿਗੁਰੂ ਦੀ ਬੜੀ ਰਹਿਮਤ ਹੈ, ਰੱਬ ਨੇ ਬੜੇ ਰੰਗ ਲਾਏ ਨੇ। ਕਦੀ ਉਹ ਆਪਣੀਆਂ ਤਾਰੀਫਾਂ ਨਹੀਂ ਕਰਦੇ, ਮੈਂ ਆਹ ਕੀਤਾ ਤੇ ਉਹ ਬਣ ਗਿਆ ਨਾ, ਕਹਿੰਦੇ ਨੇ ਰੱਬ ਨੇ ਰੰਗ ਲਾਏ ਨੇ। ਮਨ ਕਰਕੇ, ਬਚਨ ਕਰਕੇ ਤੇ ਕਰਮ, ਕਰਮ ਮੀਨਸ ਕੰਮ ਕਰਦਿਆਂ ਹੋਇਆਂ, ਵਿਹਾਰ ਕਰਦਿਆਂ ਹੋਇਆਂ ਉਹ ਮਨ ਦੇ ਵਿੱਚ ਚਲੇ ਜਾਵੇ, ਚੱਲਦਾ ਰਵੇ। ਭੱਟ ਜੀ ਕਹਿੰਦੇ ਨੇ, ਮਨ ਬਚ ਜਿਨ ਜਾਣਿਓ ਭਇਓ ਤੈ ਸੰਸਰ ਸੋਈ। ਸੰਸਰ ਉਹਦੇ ਬਰਾਬਰ ਬਣ ਜਾਏਗਾ, ਉਹਦੇ ਵਰਗਾ ਬਣ ਜਾਏਗਾ। ਕਿਹਦੇ ਵਰਗਾ? ਰੱਬ ਵਰਗਾ ਬਣ ਜਾਏਗਾ, ਜਿਹੜਾ ਮਨ ਕਰਕੇ ਤੇ ਬਚਨ ਕਰਕੇ ਕਰਮ ਕਰਕੇ ਆਪਣੇ ਹਿਰਦੇ ਦੇ ਵਿੱਚ ਉਸ ਨੂੰ ਵਸਾ ਲੈਂਦਾ ਹੈ। ਮਨ ਬਚ ਜਿਨ ਜਾਣਿਓ ਭਇਓ ਤੈ ਸੰਸਰ ਸੋਈ। ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ। ਗਗਨ ਤੇ ਧਰਨ, ਧਰਨ ਮੀਨਸ ਧਰਤੀ, ਗਗਨ ਆਕਾਸ਼, ਨਵ ਖੰਡ 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ। 9 ਖੰਡ ਸਾਰੀ ਧਰਤੀ ਦੇ ਪਲੈਨਟ। ਜੋਤ ਸਵਰੂਪੀ ਰਹਿਓ ਭਾਰ। ਭੱਟ ਮਥਰਾ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਸਾਰੀਆਂ ਥਾਵਾਂ ਤੇ ਹੋ, ਸਾਰੇ ਪਲੈਨਟ ਤੇ ਹੋ, ਸਾਰੀਆਂ ਥਾਵਾਂ ਤੇ ਹੋ, ਤੁਸੀਂ ਤੇ ਸਰਬ ਵਿਆਪਕ ਹੋ। ਤੁਹਾਨੂੰ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਇਹ ਨਹੀਂ ਭਾਰਤ ਵਿੱਚ ਰੱਬ ਗੁਰੂ ਅਰਜਨ ਸਾਹਿਬ ਤੋਂ, ਇੱਥੇ ਕੈਨੇਡਾ ਵਿੱਚ ਨਹੀਂ, ਤੂੰ ਤੇ ਇੱਥੇ ਵੀ ਬੈਠਾ, ਇੱਥੇ ਵੀ ਹਾਜ਼ਰ ਨਾਜ਼ਰ ਹੈ। ਤੈਨੂੰ ਵੇਖਣਾ ਹੋਵੇ ਤੇ ਇੱਥੇ ਵੀ ਵੇਖਿਆ ਜਾ ਸਕਦਾ ਹੈ। ਤੇ ਭੰਨ ਮਥਰਾ ਕਛ ਭੇਦ ਨਹੀਂ। ਭੰਨ ਮਥਰਾ ਕਹਿ ਮਥਰਾ ਕਛ ਭੇਦ ਨਹੀਂ। ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਤੱਖ, ਸਾਖਸ਼ਾਤ ਪ੍ਰਗਟ ਰੂਪ ਵਿੱਚ ਜ਼ਾਹਰੇ ਉਹ ਆਪ ਪ੍ਰਤੱਖ ਨੇ, ਰੱਬ ਦਾ ਆਪ ਰੂਪ ਨੇ ਰੱਬ ਵਿੱਚ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵਿੱਚ ਕੋਈ ਫਰਕ ਨਹੀਂ ਹੈ। ਇਹ ਭੱਟ ਮਥਰਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਵਡਿਆਈ ਕਰ ਰਹੇ ਨੇ। ਗੁਰੂ ਕਿਰਪਾ ਕਰੇ ਇਹ ਵਡਿਆਈ ਕਰੇ ਸਾਨੂੰ ਵੀ ਕਰਨੀ ਆ ਜਾਵੇ। ਮੇਰੀਆਂ ਭੁੱਲਾਂ ਨਾ ਚਿਤਾਰਦਿਆਂ ਸੀਸ ਦਿਓ, ਮੈਨੂੰ ਗੁਰੂ ਕੀ ਬਾਣੀ ਦੀ ਵਿਚਾਰ ਕਰਨੀ ਆ ਜਾਵੇ, ਆਪ ਜੋੜਾਂ ਸੰਗਤਾਂ ਨੂੰ ਜੋੜ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।